श्री वाहिगुरु जी। गुरु नानक पद पंकज बन सिमरो अंगद दुख गुर अमरदास हृदय नित त्या श्री गुरु रामदास गुण गुर अर्जन बिघनन के नासक बिघनन के हर गोविंद शुभ मत पर का श्री हर राय नमो कर जोरी नमो कर श्री हर कृष्ण मनाओ बहोरी तेग बहादुर परम कृपाला जी परम कृपा श्री गुरु गोबिंद सिंह बेसा तरो तरा पर पुन पुन सीसा जी पुन पुन सीसा बंदों बार बार जगदीसा एक ओंकारा सतगुरु तेह प्रसाद सच होए। वाहिगुरु जी की फतेह है विघ्न विनाशन सोए। जिस मह अमृत ज्ञान है मानक भगत वैराग गुरु ग्रंथ साहिब उदद बंदो कर अनुराग गुरु ग्रंथ साहिब उदद बंदो कर अनुराग। सतनाम श्री वाहिगुरु साहिब जी चौपई आगे सदा झगर एहो भयो सिद्ध साध सब हिन न कियो नेत्रन बिखै चाम कै पानी सब जानत एहो बात ना छानी। वाहिगुरु जी का खालसा वाहिगुरु जी की फतेह। जुग हो जुग अटल चबर शतर तख्त के मालिक दीन दुनिया के वाली साहिब कमाल सतगुरु धन धन श्री गुरु ग्रंथ साहिब जी महाराज गुरदेव दी पावन पवित्र हजूरी अंदर हाजरियां भर रही गुरु स्वरूप गुरु खालसा साध संगत जी धन गुरु तेग बहादुर साहिब सच्चे पातशाह जी महाराज ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਸਤਿਗੁਰਾਂ ਦੀ ਛਤਰ ਛਾਇਆ ਹੇਠ ਜੁੜ ਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਉਪਰੰਤ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ
ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਤ ਜਨਾਂ ਨਾਲ ਗਿਆਨ ਚਰਚਾ ਕਰ ਰਹੇ ਹਨ। ਪ੍ਰਭੂ ਦੀ ਬਨਾਵਟ ਬਾਰੇ ਸੰਤ ਜਨਾਂ ਨੇ ਸਤਿਗੁਰਾਂ ਨੂੰ ਪੁੱਛਿਆ ਹੈ। ਗੁਰਦੇਵ ਜੀ ਨੇ ਬ੍ਰਹਮਾ ਦੀ ਉਦਾਹਰਣ ਦੇ ਕਰਕੇ ਸਮਝਾਇਆ, ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ। ਕਵਲ ਦੀ ਨਾਭੀ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ। ਚਾਰ ਚਫੇਰੇ ਜਦੋਂ ਵੇਖਿਆ ਵੀ ਕੇਵਲ ਪਾਣੀ ਹੀ ਪਾਣੀ ਹੈ, ਮਨ ਵਿੱਚ ਅਭਿਮਾਨ ਪੈਦਾ ਹੋ ਗਿਆ ਵੀ ਮੇਰੇ ਤੋਂ ਬਿਨਾਂ ਕੋਈ ਦੂਸਰਾ ਨਹੀਂ। ਉਸ ਦੇ ਅਭਿਮਾਨ ਨੂੰ ਤੋੜਨ ਵਾਸਤੇ ਆਕਾਸ਼ਬਾਣੀ ਹੋਈ ਕਿ ਤੇਰਾ ਕਰਤਾ ਵੀ ਮੈਂ ਹਾਂ, ਤੈਨੂੰ ਮਨ 'ਚ ਅਭਿਮਾਨ ਕਰਨ ਦੀ ਜ਼ਰੂਰਤ ਨਹੀਂ। ਉਹ ਆਖਣ ਲੱਗਾ ਵੀ ਇਦਾਂ ਕਿਦਾਂ ਵੀ ਛੋਟੇ ਜਿਹੇ ਕਬਲ ਤੋਂ ਮੇਰਾ ਜਨਮ ਹੋ ਸਕੇ। ਕਹਿੰਦੇ ਕਬਲ ਦੇ ਫੁੱਲ ਨੂੰ ਲੱਤ ਮਾਰੀ ਤੇ ਉਹਦੀ ਨਾਲ ਵਿੱਚ ਜਾ ਡਿੱਗਿਆ। ਕਈ ਯੁੱਗ ਭਰਮਦਾ ਰਿਹਾ। ਅਖੀਰ ਜਦੋਂ ਅੰਦਰ ਦਾ ਹੰਕਾਰ ਟੁੱਟਿਆ, ਫਿਰ ਪਰਮੇਸ਼ਰ ਨੇ ਆਗਿਆ ਦਿੱਤੀ ਤਪ ਕਰ। ਫਿਰ ਬ੍ਰਹਮਾ ਨੇ ਤਪ ਕੀਤਾ, ਚਾਰ ਵੇਦ ਉਚਾਰੇ, ਪਰਮੇਸ਼ਰ ਦੀ ਉਸਤਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਨੂੰ ਸ੍ਰਿਸ਼ਟੀ ਦਾ ਮੂਲ ਆਖਿਆ ਗਿਆ, ਉਸ ਬ੍ਰਹਮਾ ਨੇ ਵੀ ਉਸ ਪ੍ਰਭੂ ਦਾ ਕਰਤਾਰ ਦਾ ਅੰਤ ਨਹੀਂ ਪਾਇਆ, ਤੇ ਅਸੀਂ ਵਿਚਾਰੇ ਮਨੁੱਖ ਕੀ ਹਾਂ? ਅਸੀਂ ਉਸ ਕਰਤੇ ਪੁਰਖ ਦਾ ਅੰਤ ਕੈਸੇ ਪਾ ਸਕਦੇ ਹਾਂ? ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਫਿਰ ਸਵਾਲ ਕੀਤਾ, ਗਰੀਬ ਨਵਾਜ, ਇਹ ਜਿਹੜੇ ਸਾਡੇ ਨੇਤਰ ਹਨ, ਇਹਨਾਂ ਨੇਤਰਾਂ ਦੇ ਨਾਲ ਜਦੋਂ ਅਸੀਂ ਵੇਖਦੇ ਹਾਂ, ਕਿਹੜੀ ਐਸੀ ਵਸਤੂ ਹੈ, ਐਸਾ ਕੀ ਹੈ ਜੋ ਨੇਤਰਾਂ ਨਾਲ ਸਭ ਕੁਝ ਵੇਖਦਾ ਹੈ? ਗੁਰਦੇਵ ਜੀ ਕਹਿਣ ਲੱਗੇ ਹਨ ਕਿ ਪ੍ਰਭੂ ਦੀ ਜੋਤ ਜੈਸੇ ਸੂਰਜ ਹੈ, ਚੰਦਰਮਾ ਹੈ, ਉਹਦਾ ਪ੍ਰਕਾਸ਼ ਹੈ। ਜਿਸ ਪ੍ਰਕਾਸ਼ ਦੇ ਨਾਲ ਆਪਾਂ ਸਾਰਾ ਕੁਝ ਵੇਖ ਰਹੇ ਹਾਂ, ਉਹਦੇ ਵਿੱਚ ਵੀ ਪ੍ਰਭੂ ਦੀ ਜੋਤ ਹੈ। ਜੈਸੇ ਕਿਸੇ ਦੇ ਨੇਤਰ ਨਾ ਹੋਵਣ, ਉਹ ਸੂਰਜ ਚੰਦਰਮਾ ਨਹੀਂ ਵੇਖ ਸਕਦੇ। ਜਿਹਦੇ ਨੇਤਰ ਹੋਣ, ਉਹ ਵੇਖ ਸਕਦੇ ਹਨ। ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਗੁਰੂ ਦੇ ਉਪਦੇਸ਼ ਦੇ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ, ਉਹਨਾਂ ਨੂੰ ਉਸ ਜੋਤ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਇਹਨਾਂ ਨੇਤਰਾਂ ਦੇ ਵਿੱਚ ਕੀ ਰਹਿੰਦਾ ਹੈ? ਇਹਨਾਂ ਅੱਖਾਂ ਦੇ ਵਿੱਚ ਕੀ ਵਸਦਾ ਹੈ? ਤੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਸ਼ਬਦ ਦਾ ਜਿਹੜਾ ਪਦਾ ਹੈ, ਜੋ ਗੁਜਰੀ ਰਾਗ ਦਾ ਸ਼ਬਦ ਹੈ, ਜਿਹਦੀ ਰਮਤਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ, ਇਹਦਾ ਦੂਜਾ ਪਦਾ ਉਚਾਰਨ ਕਰਕੇ ਸਮਝਾਇਆ। ਆਓ ਅਗਲੇ ਪ੍ਰਕਰਨ ਪ੍ਰੇਮ ਸਹਿਤ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਬਲਾਂ ਪਾਸ ਜੋੜਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਅਦਬ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਆਗੈ ਸਦਾ ਝਗਰ ਇਹੋ ਭਇਓ। ਸਿੱਧ ਸਮਾਦ ਕਰਹਿ ਨਿਤ ਝਗਰਾ, ਦੋਹ ਲੋਚਨ ਕਿਆ ਹੇਰੈ। ਜਿਹੜੇ ਸਿੱਧ ਹਨ, ਸਮਾਧੀਆਂ ਲਾ ਲਾ ਕੇ ਕੇਵਲ ਉਹ ਝਗੜਾ ਹੀ ਕਰਦੇ ਨੇ। ਇਹਨਾਂ ਦੋ ਨੇਤਰਾਂ ਨਾਲ ਕੀ ਵੇਖਦੇ ਨੇ? ਦੋਹ ਦਾ ਭਾਵ ਹੈ ਦਵੈਤ। ਉਹ ਕੇਵਲ ਦਵੈਤ ਹੀ ਵੇਖਦੇ ਨੇ।
ਜੋ ਤੱਤ ਵਸਤੂ ਅੰਦਰ ਹੈ ਉਹਨੂੰ ਨਹੀਂ ਵੇਖ ਸਕਦੇ, ਦਵੈਤ ਕਰਕੇ ਉਹ ਤੱਤ ਵਸਤੂ ਜਿਹੜੀ ਉਹਨਾਂ ਨੂੰ ਨਜ਼ਰ ਹੀ ਨਹੀਂ ਪੈਂਦੀ। ਗੁਰਦੇਵ ਜੀ ਕਹਿੰਦੇ ਹਨ ਕਿ ਅੰਤਰ ਪ੍ਰਭੂ ਦੀ ਜਿਹੜੀ ਜੋਤ ਹੈ ਉਹ ਗੁਰੂ ਦੇ ਸ਼ਬਦ ਦੀ ਧੁਨੀ ਨਾਲ ਜਾਗਦੀ ਹੈ, ਸ਼ਬਦ ਦੀ ਧੁਨ ਦੇ ਨਾਲ ਉਜਾਹਰ ਹੁੰਦੀ ਹੈ। ਹੁਣ ਇਹ ਝਗੜਾ ਕੇਵਲ ਸਤਿਗੁਰੂ ਨਿਬੇੜ ਸਕਦੇ ਨੇ, ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗਦਾ। ਦੇਖੋ, ਕਹਿਣਾ ਤੇ ਕਿਸੇ ਚੀਜ਼ ਨੂੰ ਪ੍ਰਤੱਖ ਕਰਕੇ ਵੇਖਣਾ, ਦੋਹਾਂ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਕਹਿ ਦਿੱਤਾ ਵੀ ਪ੍ਰਭੂ ਦੀ ਜੋਤ ਅੰਦਰ ਹੈ, ਪਰ ਪ੍ਰਤੱਖਤਾ ਨਹੀਂ ਨਾ। ਉਹਨੂੰ ਪ੍ਰਤੱਖ ਉਦੋਂ ਹੀ ਕੀਤਾ ਜਾ ਸਕਦਾ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਉਪਦੇਸ਼ ਦੁਆਰਾ ਨਾਮ ਦੀ ਧੁਨੀ ਲਾਉਂਦਾ ਹੈ। ਨਾਮ ਦੀ ਧੁਨੀ ਦੇ ਨਾਲ ਉਹ ਜੋਤ ਅੰਦਰ ਜ਼ਾਹਰ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਤ ਜਨੋ ਆਗੈ ਸਦਾ ਝਗਰ ਇਹੋ ਪਇਓ। ਇਸ ਤੋਂ ਪਹਿਲਾਂ ਅੱਗੇ ਵੀ ਇਹ ਝਗੜਾ ਹਮੇਸ਼ਾ ਹੀ ਹੁੰਦਾ ਰਿਹਾ ਹੈ। ਸਿੱਧ ਸਾਧ ਸਭ ਹਿਨ ਨੈ ਕੀਓ। ਜਿਹੜੇ ਸਿੱਧ ਸਨ, ਸਾਧੂ ਸਨ, ਸਭਨਾਂ ਨੇ ਜਿਹੜਾ ਝਗੜਾ ਕੀਤਾ ਹੈ। ਨੇਤਰਨ ਬਿਖੈ ਚਾਮਕੈ ਪਾਨੀ। ਜੋ ਸਾਡੇ ਨੇਤਰ ਨੇ ਉਹਦੇ ਵਿੱਚ ਚੰਮ ਹੈ ਕਿ ਪਾਣੀ ਹੈ? ਨੇਤਰ ਸਾਡੇ ਨੇ, ਇਹਦੇ ਵਿੱਚ ਚੰਮ ਹੈ ਕਿ ਪਾਣੀ ਹੈ? ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਗੱਲ ਹੈ ਉਸ ਗੱਲ ਨੂੰ ਸਾਰਾ ਜਹਾਨ ਜਾਣਦਾ ਹੈ। ਸਭ ਜਾਣਤ ਇਹੋ ਬਾਤ ਨਾ ਛਾਨੀ। ਇਹ ਜਿਹੜੀ ਗੱਲ ਛੁਪੀ ਨਹੀਂ ਹੋਈ, ਹਰ ਕਿਸੇ ਨੂੰ ਪਤਾ ਹੈ। ਸਾਡੇ ਨੇਤਰ ਜਿਹੜੇ ਨੇ ਉਹਦੇ ਵਿੱਚ ਚੰਮ ਵੀ ਹੈ ਤੇ ਪਾਣੀ ਵੀ ਹੈ। ਨੇਤਰ ਚਮੜੇ ਦੇ ਨੇ ਤੇ ਜਿਹੜੀਆਂ ਸਾਡੀਆਂ ਵਿੱਚ ਅੱਖਾਂ ਨੇ, ਡੇਲੇ ਨੇ, ਉਹਨਾਂ ਵਿੱਚ ਪਾਣੀ ਵੀ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਗੱਲ ਛੁਪੀ ਨਹੀਂ ਕਿਸੇ ਕੋਲੋਂ, ਹਰ ਕੋਈ ਜਾਣਦਾ ਹੈ। ਇਨ ਮਹਿ ਦੇਖਤ ਵਸਤ ਸੋ ਕਿਆ ਹੈ। ਹੁਣ ਸਵਾਲ ਹੈ ਵੀ ਇਹਨਾਂ ਨੇਤਰਾਂ ਦੁਆਰਾ ਜੋ ਵੇਖ ਰਿਹਾ ਉਹ ਵਸਤੂ ਕੀ ਹੈ? ਅੱਖਾਂ ਤੇ ਸਾਡੀਆਂ ਚਮੜੇ ਦੀਆਂ ਨੇ, ਚੰਮ ਦੀਆਂ ਨੇ, ਪਾਣੀ ਵੀ ਇਹਦੇ ਵਿੱਚ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਪਰ ਇਹਨਾਂ ਨੇਤਰਾਂ ਦੇ ਨਾਲ ਜੋ ਕੁਝ ਵੇਖ ਰਹੇ ਆ ਉਹ ਵਸਤੂ ਕੀ ਹੈ? ਆਗੈ ਇਉਂ ਹੀ ਝਗੜ ਕੀਆ ਹੈ। ਮਹਾਰਾਜ ਕਹਿੰਦੇ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਸਿੱਧ ਸਮਾਧੀਆਂ ਲਾਉਣ ਵਾਲੇ ਜਿਹੜੇ, ਉਹਨਾਂ ਨੇ ਇਸੇ ਤਰ੍ਹਾਂ ਇਹ ਝਗੜਾ ਹੀ ਕੀਤਾ ਹੈ, ਕਿਉਂਕਿ ਉਹ ਤੱਤ ਵਸਤੂ ਵੇਖ ਨਹੀਂ ਸਕੇ ਤੇ ਤੱਤ ਵਸਤੂ ਨਾ ਵੇਖਣੇ ਕਰਕੇ ਉਹ ਝਗੜਿਆਂ ਵਿੱਚ ਹੀ ਉਲਝੇ ਰਹੇ ਹਨ। ਨਹਿ ਜਾਣਿਓ ਇਹ ਰਿਖਿਨ ਮਨੀਸ਼ਵਰ। ਬਾਦਸ਼ਾਹ ਕਹਿੰਦੇ ਜਿਹੜੀ ਤੱਤ ਵਸਤੂ ਹੈ ਨਾ ਇਹਨੂੰ ਰਿਖੀ ਜਾਣ ਸਕੇ ਤੇ ਨਾ ਜਿਹੜੇ ਮੁਨੀ ਹਨ ਉਹਨਾਂ ਮੁਨੀਆਂ ਦੇ ਜਿਹੜੇ ਮਹੰਤ ਇਹਨੂੰ ਜਾਣ ਸਕੇ ਹਨ। ਸਿੱਧ ਸਾਧ ਜੇ ਬਹੁਤ ਤਪੀਸ਼ਵਰ। ਸਿੱਧ ਸਾਧੂ ਆਦਿਕ ਜਿਹੜੇ ਤਪੀਸ਼ਵਰ ਹਨ, ਸ੍ਰੇਸ਼ਟ ਤਪੱਸਿਆ ਕਰਨ ਵਾਲੇ, ਉਹਨਾਂ ਨੂੰ ਵੀ ਇਹਦਾ ਗਿਆਨ ਪ੍ਰਾਪਤ ਨਹੀਂ ਹੋਇਆ, ਉਹ ਵੀ ਤੱਤ ਵਸਤੂ ਨੂੰ ਜਾਣ ਨਾ ਸਕੇ। ਸਤਿਗੁਰ ਬਿਨਾ ਨਾ ਜਾਣਤ ਕੋਈ। ਅਸਲ ਵਿੱਚ ਸਤਿਗੁਰਾਂ ਤੋਂ ਬਿਨਾਂ ਉਸ ਤੱਤ ਵਸਤੂ ਨੂੰ ਕੋਈ ਨਹੀਂ ਜਾਣ ਸਕਦਾ। ਅੰਤਰ ਵਸਤ ਪਿਖਤ ਹੈ ਜੋਈ। ਜਿਹੜੀ ਵਸਤੂ ਸਾਡੇ ਅੰਦਰੋਂ ਵੇਖ ਰਹੀ ਹੈ, ਜੋ ਬ੍ਰਹਮ ਚੇਤਨ ਸਾਡੇ ਅੰਦਰੋਂ ਨੇਤਰਾਂ ਦੁਆਰਾ ਵੇਖ ਰਿਹਾ ਹੈ, ਉਸ ਦੀ ਸਾਨੂੰ ਖਬਰਸਾਰ ਨਹੀਂ ਤੇ ਗੁਰੂ ਤੋਂ ਬਿਨਾਂ ਉਸ ਵਸਤੂ ਨੂੰ ਜਾਣਿਆ ਨਹੀਂ ਜਾ ਸਕਦਾ। ਅੰਤਰ ਉਰ ਕੇ ਜਾਗਤ ਜੋਤੀ। ਜੋ ਜੋਤੀ ਪਰਮੇਸ਼ਰ ਅਕਾਲ ਪੁਰਖ ਹੈ ਉਹਦੀ ਜੋਤ ਸਾਡੇ ਅੰਦਰ ਜਾਗਦੀ ਹੈ। ਹਰ ਕਿਸੇ ਅੰਦਰ ਉਹੀ ਜੋਤ ਵਿਆਪਕ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਉਸੇ ਦੀ ਜੋਤ ਹੈ ਨਾ। ਮਹਾਰਾਜ ਕਲਗੀਧਰ ਜੀ ਫਰਮਾਨ ਕਰਦੇ ਨੇ, ਸਮਸਤ ਏਕ ਜੋਤ ਹੈ। ਸਾਰਿਆਂ ਵਿੱਚ ਇੱਕ ਹੀ ਜੋਤ ਹੈ, ਉਸ ਜੋਤੀ ਪਰਮੇਸ਼ਰ ਦੀ ਜੋ ਜਗ ਰਹੀ ਹੈ। ਤਬ ਅੰਤਰ ਇਸਕੇ ਸੁਧ ਹੋਤੀ। ਮਹਾਰਾਜ ਕਹਿੰਦੇ ਉਸ ਜੋਤੀ ਦੀ ਜੋਤ ਦੁਆਰਾ ਜਦੋਂ ਇਹ ਬਾਹਰ ਵੇਖਦਾ ਫਿਰ ਇਹਦੇ ਅੰਦਰ ਸੁਧ ਖਬਰ ਹੋ ਜਾਂਦੀ ਹੈ। ਅਰਥਾਤ ਕਿ ਜੈਸੇ ਸੂਰਜ ਤੇ ਚੰਦਰਮਾ ਨੇ, ਜੇ ਮੱਸਿਆ ਹੋਵੇ ਤੇ ਰਾਤ ਜਦੋਂ ਪੈਂਦੀ ਹੈ, ਸੂਰਜ ਜਦੋਂ ਡੁੱਬਦਾ ਹੈ ਤੇ ਹਨੇਰੇ ਵਿੱਚ ਕੁਝ ਦ੍ਰਿਸ਼ਟੀ ਨਹੀਂ ਪੈਂਦਾ, ਕੁਝ ਦਿਸਦਾ ਨਹੀਂ। ਕੋਈ ਵੀ ਵਸਤੂ ਪਈ ਹੋਵੇ ਹਨੇਰੇ ਵਿੱਚ ਉਹ ਨਜ਼ਰ ਹੀ ਨਹੀਂ ਆਉਂਦੀ। ਪਰ ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਤੇ ਪ੍ਰਕਾਸ਼ ਦੁਆਰਾ ਉਹ ਜਿਹੜੀ ਵਸਤੂ ਜੋ ਸਾਡੀ ਦ੍ਰਿਸ਼ਟ ਗੋਚਰ ਹੁੰਦੀ ਹੈ, ਉਹ ਵਸਤੂ ਆਪਣੇ ਆਪ ਸਾਨੂੰ ਪ੍ਰਤੱਖ ਨਜ਼ਰੀ ਪੈਣੀ ਸ਼ੁਰੂ ਹੋ ਜਾਂਦੀ। ਜੋ ਅਗੋਚਰ ਹੈ ਗੋਚਰ ਹੋ ਜਾਂਦਾ ਹੈ। ਪ੍ਰਕਾਸ਼ ਤੋਂ ਬਿਨਾਂ ਵਸਤੂ ਨਜ਼ਰ ਹੀ ਨਹੀਂ ਆਉਂਦੀ। ਭਰਮ ਵੀ ਬਣਿਆ ਰਹਿੰਦਾ। ਹਨੇਰੇ ਵਿੱਚ ਪਈ ਹੋਈ ਰੱਸੀ ਵੀ ਬੰਦੇ ਨੂੰ ਸਾਪੀ ਲੱਗਦੀ ਹੈ।
ਵੀ ਕਿਤੇ ਸੱਪ ਹੀ ਨਾ ਹੋਵੇ। ਉਹ ਭਰਮ ਅੰਦਰ ਬਣਿਆ ਰਹਿੰਦਾ ਹੈ। ਤੇ ਇੱਕ ਪ੍ਰਕਾਸ਼ ਹੀ ਹੈ ਜਿਹੜਾ ਪ੍ਰਕਾਸ਼ ਸਾਨੂੰ ਉਸ ਵਸਤੂ ਦਾ ਗਿਆਨ ਕਰਾ ਦਿੰਦਾ ਹੈ। ਪ੍ਰਥਮੇ ਕਿ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅੰਦਰ ਸੋਝੀ ਪੈਂਦੀ ਹੈ, ਫਿਰ ਇਹਨੂੰ ਪਤਾ ਲੱਗਦਾ ਹੈ ਕਿ ਉਸ ਪ੍ਰਭੂ ਦੀ ਜਿਹੜੀ ਜੋਤ ਹੈ ਉਹੀ ਨੇਤਰਾਂ ਨਾਲ ਸਾਰਾ ਕੁਝ ਵੇਖ ਰਹੀ ਹੈ, ਤੇ ਜੋ ਨੇਤਰਾਂ ਨਾਲ ਵੇਖਦੀ ਆ ਉਹਦੀ ਖਬਰਸਾਰ ਸਾਨੂੰ ਅੰਦਰ ਪਤਾ ਲੱਗਦੀ ਹੈ। ਆ ਨੇਤਰ ਜਦੋਂ ਕਿਸੇ ਵਸਤੂ ਦੇ ਉੱਪਰ ਪੈਂਦੇ ਨੇ ਤੇ ਸੁਭਾਵਕ ਉਹਨੂੰ ਵੇਖਦੇ ਸਾਨੂੰ ਝਟ ਗਿਆਨ ਹੋ ਜਾਂਦਾ ਵੀ ਇਹ ਵਸਤੂ ਕੀ ਹੈ। ਨੇਤਰਾਂ ਨਾਲ ਵੇਖਿਆ ਆ ਨਾ, ਉਦੋਂ ਹੀ ਪਤਾ ਲੱਗ ਜਾਂਦਾ ਆ। ਤੇ ਇਹ ਗਿਆਨ ਕਦੋਂ ਹੁੰਦਾ ਹੈ? ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ। ਉਹਦੇ ਨਾਲ ਫਿਰ ਆਪਾਂ ਇਸ ਗੱਲ ਦੀ ਸੋਝੀ ਪ੍ਰਾਪਤ ਕਰ ਲੈਂਦੇ ਆ ਕਿ ਜੋ ਕੁਝ ਵੇਖ ਰਿਹਾ ਸਭ ਕੁਝ ਬ੍ਰਹਮ ਪਰਮੇਸ਼ਰ ਅੰਦਰੋਂ ਵੇਖ ਰਿਹਾ ਹੈ। ਆਪੇ ਸੁਣਦਾ ਹੈ, ਆਪੇ ਹੀ ਉਹ ਪਰਮੇਸ਼ਰ ਵੇਖਦਾ ਹੈ। ਤੋ ਗੁਰੂ ਇਬਨਵਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਸ ਜੋਤੀ ਦੀ ਜਿਹੜੀ ਜੋਤ ਹੈ ਉਹ ਸਾਡੇ ਨੇਤਰਾਂ ਦੁਆਰਾ ਵੇਖਦੀ ਹੈ, ਜਿਹਦੇ ਨਾਲ ਸਾਨੂੰ ਅੰਦਰ ਸੁੱਧ ਖਬਰ ਪ੍ਰਾਪਤ ਹੁੰਦੀ ਹੈ। ਸਤਿਗੁਰ ਸ਼ਬਦ ਕਮਾਵਨ ਕਰਹੀ। ਪਰ ਇਹ ਜੋਤ ਜ਼ਾਹਰ ਉਦੋਂ ਹੁੰਦੀ ਹੈ ਜਦੋਂ ਗੁਰੂ ਦਾ ਸਿੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ। ਪੁਨ ਧੁਨ ਸੁਨ ਹੈ ਦਸਵ ਜੋ ਦਰਹੀ। ਜਦੋਂ ਸ਼ਬਦ ਦੀ ਕਮਾਈ ਕਰਦਾ ਨਾ, ਨਾਮ ਦੀ ਧੁਨੀ ਲਾਉਂਦਾ ਹੈ, ਵਾਹਿਗੁਰੂ 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 ਜਪਦਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਬਚਨ ਕਮਾਉਂਦਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਫਿਰ ਸ਼ਬਦ ਦਾ ਰਾਗ ਅਲਾਪਦਾ ਹੈ, ਜਪਦਾ ਹੈ, ਤੇ ਹੌਲੀ ਹੌਲੀ ਸੁਰਤ ਜਿਹੜੀ 10ਵੇਂ ਦਰ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਜਾਂਦੀ ਹੈ, ਜਿਹੜਾ ਦਰ ਪਰਮੇਸ਼ਰ ਨੇ ਗੁਪਤ ਰੱਖਿਆ ਹੋਇਆ। 9 ਦਰਵਾਜ਼ੇ ਉਹਨੇ ਪ੍ਰਗਟ ਕੀਤੇ ਹੋਏ ਨੇ, 10ਵਾਂ ਗੁਪਤ ਰੱਖਿਆ ਹੋਇਆ। ਜਦੋਂ ਫਿਰ 10ਵਾਂ ਦਰ ਖੁੱਲਦਾ, ਕਦੋਂ ਖੁੱਲਦਾ? ਜਦੋਂ 9 ਦਰਵਾਜ਼ੇ ਸਿੱਖ ਬੰਦ ਕਰ ਲੈਂਦਾ ਆ। 10ਵੇਂ ਦੇ ਵਿੱਚੋਂ ਧੁਨੀ ਉਦੋਂ ਹੀ ਸੁਣਾਈ ਦਿੰਦੀ ਹੈ ਜਦੋਂ 9 ਦਰਵਾਜ਼ੇ ਬੰਦ ਕੀਤੇ ਜਾਵਣ। ਜੇ 9 ਦੇ ਰਸ ਕਸ ਵਿੱਚ ਫਸਿਆ ਫਿਰ 10ਵੇਂ ਵਿੱਚ ਨਹੀਂ ਪਹੁੰਚ ਸਕਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਤ ਬਾਜੇ। ਮੇਰੇ ਗੁਰੂ ਨੇ ਮੈਨੂੰ ਵਿਖਾ ਦਿੱਤਾ ਵੀ ਇਹ ਜਿਹੜੇ 9 ਦਰਵਾਜੇ ਨਾ ਤੇਰੀਆਂ ਸਰੀਰ ਦੀਆਂ 9 ਗੋਲਕਾਂ ਨੇ ਜਿਹੜੀਆਂ, ਇਹਦੇ ਦੁਆਰਾ ਵਿਕਾਰ ਰੂਪੀ ਹਰਨ ਤੇਰੇ ਸਰੀਰ ਅੰਦਰ ਪ੍ਰਵੇਸ਼ ਹੁੰਦੇ ਨੇ। ਜਦੋਂ ਗੁਰੂ ਨੇ ਮੈਨੂੰ ਸੋਝੀ ਦਿੱਤੀ ਆਪਾਂ ਉਹ ਦਰਵਾਜੇ ਬੰਦ ਕਰ ਲਏ। ਕਹਿੰਦੇ ਸਰੀਰ ਦੇ ਜਿਹੜੇ 9 ਦਰਵਾਜ਼ੇ ਨੇ ਨਾ, ਇਹ ਬਾਹਰ ਨੂੰ ਖੁੱਲਦੇ ਨੇ, ਇੱਕੋ ਹੀ ਦਰਵਾਜ਼ਾ ਜਿਹੜਾ ਅੰਦਰ ਨੂੰ ਖੁੱਲਦਾ ਆ, ਬਾਕੀ ਬਾਹਰ ਨੂੰ ਖੁੱਲਦੇ ਨੇ, ਇੱਕੋ ਹੀ ਅੰਦਰ ਨੂੰ ਖੁੱਲਦਾ ਆ। ਤੇ ਅੰਦਰਲਾ ਦਰਵਾਜ਼ਾ ਖੁੱਲਦਾ ਵੀ ਉਸੇ ਦਿਨ ਹੈ ਜਿਸ ਦਿਨ ਆਪਾਂ ਇਹ ਬਾਹਰਲੇ ਦਰਵਾਜ਼ੇ ਬੰਦ ਕਰ ਲੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਗੁਰੂ ਨੇ ਸਮਝਾ ਦਿੱਤਾ ਵੀ ਇਹ 9 ਦਰਵਾਜ਼ੇ ਬੰਦ ਕਰ ਲੈ, ਫਿਰ 10ਵੇਂ ਦੇ ਵਿੱਚ ਉਹ ਅਨਹਦ ਧੁਨੀ ਤੈਨੂੰ ਸੁਣਾਈ ਦੇਵੇਗੀ। ਤੇ ਗੁਰੂ ਦੇ ਸਿੱਖ ਨੇ ਫਿਰ ਮੂੰਦ ਲੀਏ ਦਰਵਾਜ਼ੇ, ਆ ਬਾਹਰ ਦੇ ਦਰਵਾਜ਼ੇ ਬੰਦ ਕਰ ਲਏ। ਆਪਣੇ ਸਰੀਰ ਦੀਆਂ 9 ਗੋਲਕਾਂ ਇਹਨਾਂ ਨੂੰ ਕਾਬੂ ਕਰ ਲਿਆ, ਵਸ ਵਿੱਚ ਕਰ ਲਿਆ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ, ਸਿਮਰਨ ਸਾਧਨਾ ਦੇ ਨਾਲ। ਫਿਰ ਸੁਰਤ ਜਿਹੜੀ ਆ ਉਹ 10ਵੇਂ ਦਰ 'ਚ ਚਲੀ ਗਈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਗੁਰੂ ਦਾ ਸਿੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਪੁੰਨ ਧੁਨ ਸੁਨਹਿ 10 ਜੋ ਦਰ ਹੀ। ਫਿਰ ਜਦੋਂ ਸੁਰਤ 10ਵੇਂ ਦਰ ਵਿੱਚ ਜਾਂਦੀ ਹੈ, ਫਿਰ ਉਥੋਂ 10ਵੇਂ ਦਰਵਾਜ਼ੇ ਦੇ ਪਾਤਸ਼ਾਹ ਕਹਿੰਦੇ 10ਵੇਂ ਦਵਾਰ ਦੇ ਜਿਹੜੇ ਅਨਾਹਦ ਨਾਦ ਨੇ ਇਹਨੂੰ ਸੁਣਾਈ ਦਿੰਦੇ ਹਨ। ਸ਼੍ਰੀ ਸਤਿਗੁਰ ਇਹ ਝਗੜ ਨਿਬੇੜੈ। ਇਹ ਜਿਹੜਾ ਝਗੜਾ ਹੈ ਨਾ, ਝਗੜਾ ਕਾਹਦਾ? ਦਵੈਤ ਦਾ। ਦੋਹ ਲੋਚਨ ਕਿਆ ਹੇਰੈ। ਦੋਹ ਦਾ ਆਖਰੀ ਅਰਥ ਦੋ ਵੀ ਹੈ, ਪਰ ਦੋਹ ਦਾ ਅਰਥ ਦਵੈਤ ਵੀ ਹੈ। ਝਗੜਾ ਹੀ ਦਵੈਤ ਕਰਕੇ ਹੈ। ਜਦੋਂ ਦਵੈਤ ਦਾ ਝਗੜਾ ਮਹਾਰਾਜ ਨਿਬੇੜ ਦਿੰਦੇ ਨੇ ਤੇ ਉਦੋਂ ਫਿਰ ਇੱਕ ਕੇਵਲ ਬ੍ਰਹਮੀ ਰਹਿ ਜਾਂਦਾ, ਫਿਰ ਦੁਬਿਧਾ ਰਹਿੰਦੀ ਨਹੀਂ ਸਿੱਖ ਦੇ ਅੰਦਰ। ਉਦੋਂ ਤਾਂ ਕਹਿੰਦਾ ਜੀ ਬ੍ਰਹਮ ਦਿਸੈ ਬ੍ਰਹਮ ਸੁਣੀਐ, ਵੀ ਬ੍ਰਾਹਮੀ ਜਿਹੜਾ ਹੈ ਉਹੀ ਸਭ ਕੁਝ ਦੇਖ ਰਿਹਾ, ਉਹੀ ਸੁਣ ਰਿਹਾ। ਬ੍ਰਾਹਮੀ ਦਿਸਦਾ, ਫਿਰ ਉਹਨਾਂ ਨੂੰ ਬ੍ਰਾਹਮੀ ਸੁਣਾਈ ਦਿੰਦਾ ਆ, ਉਹਦੇ ਤੋਂ ਬਿਨਾਂ ਕੋਈ ਦੂਸਰਾ ਦਿਖਾਈ ਨਹੀਂ ਦਿੰਦਾ। ਤੇ ਇਹ ਜਿਹੜਾ ਝਗੜਾ ਮੇਰੇ ਪਾਤਸ਼ਾਹ ਕਿਰਪਾ ਕਰਕੇ ਆਪ ਨਿਬੇੜ ਦਿੰਦੇ ਹਨ। ਔਰ ਨ ਜਾਣੈ ਕਉ ਨ ਹੇਰੈ। ਮਹਾਰਾਜ ਜੀ ਕਹਿੰਦੇ ਫਿਰ ਗੁਰੂ ਤੋਂ ਬਿਨਾਂ
ਤੇ ਜਿਹਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਜਣਾ ਦਿੱਤਾ ਨਾ, ਉਹਦੇ ਤੋਂ ਬਿਨਾਂ ਫਿਰ ਹੋਰ ਕੋਈ ਨਹੀਂ ਵੇਖ ਸਕਦਾ ਉਸ ਵਸਤੂ ਨੂੰ। ਉਹੀ ਵੇਖੇਗਾ ਜਿਹਨੂੰ ਗੁਰੂ ਵਿਖਾਏਗਾ। ਗੁਰਦੇਵ ਜੀ ਕਹਿੰਦੇ ਨਾ, ਜਿਸ ਹੈ ਜਿਹਨੂੰ ਤੂੰ ਜਣਾ ਦੇਣਾ ਹੈ ਨਾ, ਜਾਣਦਾ ਕੇਵਲ ਉਹੀ ਹੈ। ਤੂੰ ਜਣਾਹੇ ਤਾਂ ਕੋਈ ਜਾਣੈ। ਜਦੋਂ ਤੁਸੀਂ ਕਿਸੇ ਨੂੰ ਜਣਾ ਦਿੰਦੇ ਹੋ ਉਦੋਂ ਕੋਈ ਜਾਣਦਾ ਹੈ, ਤੇ ਜਾਣਦਾ ਕੇਵਲ ਉਹਨੂੰ ਹੈ ਜਿਹਨੂੰ ਜਣਾ ਦਿੱਤਾ, ਦੂਜਾ ਨਹੀਂ ਜਾਣ ਸਕਦਾ। ਜਿਵੇਂ ਇੱਕ ਬੈਠਾ ਉਹਦੇ ਨਾਲ ਦੂਸਰਾ ਬੈਠਾ, ਜਿਹੜਾ ਇੱਕ ਜਾਣਨ ਵਾਲਾ ਹੈ ਨਾ, ਉਹਦੇ ਅੰਦਰ ਦੀ ਖੇਡ ਨੂੰ ਦੂਜਾ ਨਹੀਂ ਜਾਣ ਸਕਦਾ। ਜਾਣੇਗਾ ਕੇਵਲ ਉਹੀ ਜਿਹਨੇ ਖੁਦ ਨੂੰ ਜਾਣਿਆ, ਜਿਹਨੇ ਪਹਿਚਾਣਿਆ। ਤੇ ਜਿਹਨੇ ਪਹਿਚਾਣ ਲਿਆ ਉਹਨੇ ਸਾਰਿਆਂ ਵਿੱਚ ਹੀ ਜਾਣ ਲਿਆ। ਤੇ ਜਿਹਨੇ ਨਹੀਂ ਜਾਣਿਆ, ਜਾਣਨ ਵਾਲਾ ਭਾਵੇਂ ਉਹਦੇ ਨਾਲ ਬੈਠਾ ਹੋਵੇ, ਉਹਦਾ ਉਹ ਭੇਦ ਨਹੀਂ ਪਾ ਸਕਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਗਰੀਬ ਨਵਾਜ ਆਪ ਕਿਰਪਾ ਕਰਕੇ ਸਾਰੇ ਝਗੜੇ ਨਿਬੇੜ ਦਿੰਦੇ ਹਨ, ਤੇ ਹੋਰ ਕੋਈ ਇਸ ਨੂੰ ਗੁਰੂ ਤੋਂ ਬਿਨਾਂ ਜਾਣ ਨਹੀਂ ਸਕਦਾ, ਤੇ ਨਾ ਹੀ ਕੋਈ ਜਣਾ ਸਕਦਾ ਹੈ। ਸਭ ਇੰਦਰੀਆਂ ਕਿਰਿਆ ਜੋ ਕਰਹੀ। ਸਾਡੀਆਂ ਜਿਹੜੀਆਂ ਇੰਦਰੀਆਂ ਹਨ, 5 ਗਿਆਨ ਇੰਦਰੀਆਂ ਨੇ, 5 ਸਾਡੀਆਂ ਕਰਮ ਇੰਦਰੀਆਂ ਨੇ, ਇਹ ਆਪਣੀ ਆਪਣੀ ਕਿਰਿਆ ਕਰਦੀਆਂ ਹਨ। ਪਰਮ ਜੋਤ ਕੇ ਹੋਵੇ ਅਨੁਸਰ ਹੀ। ਤੇ ਇਹ ਸਾਰੀਆਂ ਇੰਦਰੀਆਂ ਜਿਹੜੀਆਂ ਪਰਮ ਜੋਤ ਦੇ ਅਨੁਸਾਰ ਹੋ ਕਰਕੇ ਹੀ ਇਹ ਸਾਰੀ ਕਿਰਿਆ ਕਰਦੀਆਂ ਨੇ। ਇੰਦਰੀਆਂ ਉਦੋਂ ਜੜ ਨੇ ਜਦੋਂ ਪਰਮੇਸ਼ਰ ਦੀ ਜੋਤ ਸਰੀਰ ਵਿੱਚੋਂ ਨਿਕਲ ਜਾਂਦੀ, ਸਰੀਰ ਜੜ ਬਣ ਜਾਂਦਾ, ਇਹ ਕਿਰਿਆ ਕਰਨਾ ਬੰਦ ਕਰ ਦਿੰਦੀਆਂ ਨੇ। ਸਰੀਰ ਦੀਆਂ ਇੰਦਰੀਆਂ ਕਿਰਿਆ ਉਸ ਪਰਮ ਜੋਤ ਦੇ ਅਨੁਸਾਰ ਹੀ ਕਰਦੀਆਂ ਨੇ। ਇਹ ਸਰੀਰ ਚੇਤਨ ਤਾਂ ਹੈ ਜਿੰਨੀ ਦੇਰ ਤੱਕ ਉਸ ਚੇਤਨ ਦੀ ਸੱਤਾ ਸਾਡੇ ਸਰੀਰ ਦੇ ਵਿੱਚ ਹੈ। ਸੋ ਤੁਮ ਖੋਜੋ ਅੰਤਰ ਦੇਹੀ। ਪਾਤਸ਼ਾਹ ਜੀ ਕਹਿੰਦੇ ਸਰੀਰ ਨੂੰ ਛੱਡ ਦਿਓ, ਸੂਖਸ਼ਮ ਸਰੀਰ ਨੂੰ ਵੀ ਛੱਡ ਦਿਓ, ਕਾਰਨ ਸਰੀਰ ਨੂੰ ਵੀ ਛੱਡ ਦਿਓ, ਅੰਦਰ ਜਾ ਕਰਕੇ ਝਾਤੀ ਮਾਰੋ, ਉਹ ਪਰਮ ਜੋਤ ਨੂੰ ਵੇਖੋ। ਜਿਹੜੀ ਪਰਮ ਜੋਤ ਸਾਡੇ ਸਾਰੇ ਸਰੀਰ ਨੂੰ ਚਲਾ ਰਹੀ ਹੈ, ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਤੇ ਜਿਹੜੀ ਪਰਮ ਜੋਤ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਜੋ ਧਰਤੀ ਆਕਾਸ਼ ਵਿੱਚ ਵਿਆਪਕ ਹੈ, ਜਰੇ ਜਰੇ ਵਿੱਚ ਵਿਆਪਕ ਹੈ, ਉਸ ਪਰਮ ਸੱਤਾ ਨੂੰ, ਪਰਮ ਜੋਤ ਨੂੰ ਤੁਸੀਂ ਅੰਦਰ ਵੇਖਣਾ ਕਰੋ। ਉਹ ਤੁਹਾਡੇ ਅੰਦਰ ਹੀ ਹੈ। ਸਾਧ ਸੰਗਤ ਜੀ, ਜੈਸੇ ਸੂਰਜ ਚੰਦਰਮੇ ਦੀ ਰੋਸ਼ਨੀ ਵਿੱਚ ਜੋ ਦਿਖਾਈ ਦਿੰਦਾ ਉਹ ਸੰਸਾਰ ਹੈ, ਤੇ ਗੁਰੂ ਦੇ ਉਪਦੇਸ਼ ਦੇ ਪ੍ਰਕਾਸ਼ ਅੰਦਰ ਜੋ ਕੁਝ ਸਿੱਖ ਨੂੰ ਅੰਦਰੋਂ ਦਿਖਾਈ ਦਿੰਦਾ ਉਹ ਨਿਰੰਕਾਰ ਹੈ। ਜੋ ਨੇਤਰਾਂ ਨਾਲ ਦਿਖ ਰਿਹਾ ਹੈ ਸੂਰਜ ਦੀ ਰੋਸ਼ਨੀ ਅੰਦਰ, ਇਹ ਸੰਸਾਰ ਹੈ। ਜੋ ਗੁਰੂ ਦੇ ਉਪਦੇਸ਼ ਦੇ ਚਾਨਣੇ ਵਿੱਚ ਸਿੱਖ ਨੂੰ ਨਜ਼ਰ ਆਉਂਦਾ ਹੈ ਉਹ ਨਿਰੰਕਾਰ ਹੈ। ਜਦੋਂ ਸਿੱਖ ਨੂੰ ਹਿਰਦੇ ਦੇ ਘਰ ਦੇ ਵਿੱਚੋਂ ਨਿਰੰਕਾਰ ਨਜ਼ਰ ਆਵੇ ਤੇ ਫਿਰ ਬਾਹਰ ਸੰਸਾਰ ਵਿੱਚੋਂ ਵੀ ਨਿਰੰਕਾਰ ਨਜ਼ਰ ਆਉਂਦਾ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਵਿਸ ਕਿਹਦੇ ਲਈ ਹੈ? ਇਹ ਜਿਹੜਾ ਸੰਸਾਰ ਵਿਸ਼ ਹੈ ਮਨਮੁਖਾਂ ਵਾਸਤੇ, ਜ਼ਹਿਰ ਰੂਪ ਹੈ ਮਨਮੁਖਾਂ ਵਾਸਤੇ, ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਨੇ। ਤੇ ਜਿਨ੍ਹਾਂ ਨੇ ਨਿਰੰਕਾਰ ਨੂੰ ਜਾਣ ਲਿਆ ਉਹਨਾਂ ਵਾਸਤੇ ਸੰਸਾਰ ਵੀ ਹਰੀ ਦਾ ਹੀ ਰੂਪ ਹੈ, ਪਰਮੇਸ਼ਰ ਦਾ ਹੀ ਰੂਪ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਜਿਹੜੀ ਭਾਈ ਪਰਮ ਸੱਤਾ ਤੁਹਾਡੇ ਅੰਦਰ ਹੈ, ਉਸ ਪਰਮ ਜੋਤ ਨੂੰ ਆਪਣੀ ਦੇਹੀ ਦੇ ਵਿੱਚ ਖੋਜਣਾ ਕਰੋ। ਪਾਏ ਲੈ ਹੋਗੇ ਸੁਧ ਹੋਵੇ ਜੇਹੀ। ਪਾਤਸ਼ਾਹ ਕਹਿੰਦੇ ਉਹ ਜੋਤ ਜਿਹੋ ਜੀ ਹੈ ਨਾ, ਉਹਦੀ ਖਬਰ ਤੁਸੀਂ ਪ੍ਰਾਪਤ ਕਰ ਲਵੋਗੇ। ਸੁਣ ਕੇ ਸੰਤ ਹਰਖ ਉਰ ਧਰ ਕੇ। ਸਤਿਗੁਰਾਂ ਦੇ ਬਚਨ ਸੁਣ ਕੇ ਉਹ ਸੰਤ ਜਨ ਹਿਰਦੇ ਵਿੱਚ ਬੜੇ ਪ੍ਰਸੰਨ ਖੁਸ਼ ਹੋਏ ਹਨ। ਪੁਨ ਬੂਝਨ ਕੀ ਬਚਨ ਉਚਰ ਕੇ। ਉਹਨਾਂ ਮਹਾਪੁਰਸ਼ਾਂ ਨੇ ਹੱਥ ਜੋੜ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਏਕ ਓੰਕਾਰ ਪ੍ਰਭੂ ਕਰਤਾਰਾ। ਸਤਿਗੁਰੂ ਜੀ ਜੋ ਇੱਕ ਨਿਰੰਕਾਰ ਸਾਰੇ ਸੰਸਾਰ ਨੂੰ ਸੱਤਾ ਦੇਣ ਵਾਲਾ ਸਤ ਚੇਤਨ ਆਨੰਦ ਰੂਪ ਪਰਮੇਸ਼ਰ ਹੈ, ਸਾਰੇ ਸੰਸਾਰ ਦਾ ਕਰਤਾ ਹੈ। ਕਿਹ ਬਿਦ ਮਿਲ ਹੈ ਜੇ ਹੋਏ ਨਿਸਤਾਰਾ। ਇਸ ਵਿਧੀ ਦੇ ਨਾਲ ਪ੍ਰਭੂ ਨੂੰ ਮਿਲੀਏ, ਜਿਹਦੇ ਨਾਲ ਸਾਡਾ ਨਿਸਤਾਰਾ ਹੋ ਜਾਵੇ, ਭਵ ਸਾਗਰ ਤੋਂ ਅਸੀਂ ਤਰ ਜਾਈਏ। ਕੌਣ ਜਤਨ ਸੋ ਪਾਇਓ ਜਾਈ। ਕਿਹੜਾ ਇਹੋ ਜਿਹਾ ਯਤਨ ਹੈ ਜਿਸ ਯਤਨ ਦੇ ਨਾਲ ਉਹਨੂੰ ਪ੍ਰਾਪਤ ਕਰ ਸਕਦੇ ਹਾਂ। ਸੋ ਸੁਧ ਦੇਹੋ ਹਮ ਕੋ ਸਮਝਾਈ। ਕਿਰਪਾ ਕਰਕੇ ਮਹਾਰਾਜ ਜੀ ਇਹ ਜਿਹੜੀ ਆਪ ਜੀ ਸਾਨੂੰ ਸੋਝੀ ਪਾ ਦਿਓ,
ਇਹ ਗਿਆਨ ਸਾਨੂੰ ਬਖਸ਼ਿਸ਼ ਕਰ ਦਿਓ। ਸ਼੍ਰੀ ਨਾਨਕ ਪੁਨ ਕੀਨ ਅਲਾਵਨ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਪਦੇਸ਼ ਦੀ ਦਾਤ ਬਖਸ਼ੀ ਹੈ। ਪੂਰਨ ਕੀਨੋ ਸ਼ਬਦ ਸੁਹਾਵਨ। ਪਾਵਨ ਪਵਿੱਤਰ ਸ਼ਬਦ ਦਾ ਮਹਾਰਾਜ ਜੀ ਨੇ ਚੌਥਾ ਪਦਾ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਹੈ। ਸੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਜੋਨੀ ਜੂਨਾਂ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਨਹੀਂ ਆਇਆ। ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਬੇਅੰਤ ਹੈ, ਉਹਨੂੰ ਸੁਰ ਦੇਵਤੇ ਨਰ ਮਨੁੱਖ ਸਾਰੇ ਹੀ ਨਾਥ ਆਦਿਕ ਬੇਅੰਤ ਬੇਅੰਤ ਕਹਿ ਕੇ ਉਚਾਰਦੇ ਨੇ। ਹੇ ਵਾਹਿਗੁਰੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤਾ ਬੇਅੰਤ ਗੁਣ ਤੇਰੇ, ਆਪ ਵੀ ਬੇਅੰਤ ਹੋ, ਤੁਹਾਡੇ ਗੁਣ ਵੀ ਬੇਅੰਤ ਨੇ। ਕੇਤਕ ਗਾਵਾ ਰਾਮ, ਕਿੰਨੇ ਕੁ ਤੁਹਾਡੇ ਗੁਣਾਂ ਨੂੰ ਮੈਂ ਗਾਇਨ ਕਰਾਂ। ਮੇਰੀ ਤਾਂ ਜੇਬਾ ਇੱਕ ਹੈ, ਜੇ ਮੇਰੀਆਂ 20 ਲੱਖ ਜ਼ਬਾਨਾਂ ਵੀ ਹੋ ਜਾਣ, ਜੇ ਬਾਰੰਬਾਰ ਮੈਂ ਇਹਨਾਂ ਜ਼ਬਾਨਾਂ ਨਾਲ ਵੀ ਤੁਹਾਡੇ ਗੁਣ ਗਾਵਾਂ ਤਾਂ ਵੀ ਤੁਹਾਡਾ ਅੰਤ ਨਹੀਂ ਮੈਂ ਪਾ ਸਕਦਾ। ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜਿਓ। ਉਸ ਨੂੰ ਸਾਰੇ ਹੀ ਨੇਤ ਨੇਤ ਬੇਅੰਤ ਬੇਅੰਤ ਕਹਿ ਕਰਕੇ ਪੁਕਾਰ ਰਹੇ ਨੇ। ਉਸ ਸੱਚੇ ਅਕਾਲ ਪੁਰਖ ਦਾ ਜਿਹੜਾ ਮਹਿਲ ਹੈ, ਪਾਤਸ਼ਾਹ ਜੀ ਕਹਿੰਦੇ ਉਹ ਮਹਿਲ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ, ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ। ਸੱਚ ਹੈ ਮਹਿਲ ਅਪਾਰਾ, ਉਸ ਬੇਅੰਤ ਦਾ ਸੱਚੇ ਦਾ ਮਹਿਲ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਉਹ ਵੀ ਸੱਚਾ ਹੈ। ਹੁਣ ਜਿਹੜਾ ਉਹਦਾ ਮਹਿਲ ਹੈ, ਉਹ ਮਹਿਲ ਕੀ ਹੈ? ਭਾਵੇਂ ਉਹਨੂੰ ਤੁਰਿਆ ਪਦ ਕਹਿ ਲਓ, ਭਾਵੇਂ ਸੱਚਖੰਡ ਕਹਿ ਲਓ, ਭਾਵੇਂ ਸਰੂਪ ਰੂਪੀ ਮਹਿਲ ਕਹਿ ਲਓ। ਜਿਹੜਾ ਆਪਣਾ ਨਿਜ ਸਰੂਪ ਹੈ, ਜੋ ਪਰਮ ਸੱਤਾ ਪਰਮ ਜੋਤ ਸਰੀਰ ਵਿੱਚ ਵਸਦੀ ਹੈ, ਉਸ ਸਰੂਪ ਨੂੰ ਜਾਣਨਾ ਹੀ ਉਹਦੇ ਮਹਿਲ ਦੀ ਪ੍ਰਾਪਤੀ ਹੈ, ਉਹਦੇ ਘਰ ਦੀ ਪ੍ਰਾਪਤੀ ਹੈ, ਤੁਰਿਆ ਪਦ ਦੀ ਸੱਚਖੰਡ ਦੀ ਪ੍ਰਾਪਤੀ ਹੈ। ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੰਤ ਜਨੋ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਸਹਿਜ, ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਸੁਤੇ ਸਿੱਧ ਵੀ ਹੈ। ਜਦੋਂ ਉਹਨਾਂ ਨੂੰ ਆਪਣੇ ਸਰੂਪ ਦਾ ਗਿਆਨ ਹੋਇਆ ਤੇ ਉਸ ਗਿਆਨ ਦੇ ਸਦਕਾ ਉਹ ਸੁਤੇ ਸਿੱਧ ਉਹਨਾਂ ਨੂੰ ਜਗਤ ਦੇ ਜੀਵਨ ਵਾਹਿਗੁਰੂ ਆ ਮਿਲੇ। ਗੁਰਦੇਵ ਕਹਿੰਦੇ ਫਿਰ ਤੁਸੀਂ ਅਰਦਾਸ ਕਰਿਆ ਕਰੋ, ਨਦਰ ਕਰੋ ਨਿਸਤਾਰਾ। ਵਾਹਿਗੁਰੂ ਸਾਡੇ ਤੇ ਨਦਰ ਕਰਕੇ, ਰਹਿਮਤ ਕਰਕੇ ਸਾਡਾ ਵੀ ਭਵ ਸਾਗਰ ਤੋਂ ਪਾਰ ਉਤਾਰਾ ਕਰ ਦਿਓ। ਇਹਦੇ ਵਿੱਚ ਇਹ ਗੱਲ ਜਾਣਨ ਯੋਗ ਹੈ ਸਿੱਖ ਵਾਸਤੇ ਵੀ ਅਰਦਾਸ ਕਰੋ, ਮਹਾਰਾਜ ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ। ਆਪਣੇ ਵੱਲੋਂ ਮਨੁੱਖ ਲੱਖ ਯਤਨ ਕਰੇ, ਲੱਖਾਂ ਪ੍ਰਕਾਰ ਦੇ ਸਾਧਨ ਕਰੇ, ਉਹਨਾਂ ਸਾਧਨਾਂ ਦੀ ਸਫਲਤਾ ਹੀ ਉਦੋਂ ਹੈ ਜਦੋਂ ਕਿਰਪਾ ਹੋ ਜਾਏ, ਜਦੋਂ ਰਹਿਮਤ ਹੋ ਜਾਏ। ਆਪਾਂ ਅਰਦਾਸ ਕਰਦੇ ਆ ਨਾ, ਅੰਮ੍ਰਿਤ ਵੇਲੇ ਦੀਵਾਨ ਸਜਦੇ, ਸੰਧਿਆ ਨੂੰ ਦੀਵਾਨ ਸਜਦੇ। ਅਰਦਾਸ ਕਿਉਂ ਕੀਤੀ ਜਾਂਦੀ? ਪਾਤਸ਼ਾਹ ਤੁਸੀਂ ਸਾਡੇ ਕੋਲੋਂ ਕਿਰਪਾ ਕਰਕੇ ਸਾਰੇ ਕਰਮ ਕਰਾਏ ਨੇ, ਹੁਣ ਰਹਿਮਤ ਕਰੋ ਮਹਾਰਾਜ, ਤੁਹਾਡੇ ਚਰਨਾਂ ਵਿੱਚ ਅਰਜ਼ ਹੈ, ਸਾਡੇ ਤੇ ਕਿਰਪਾ ਕਰੋ ਮਹਾਰਾਜ, ਸਾਡਾ ਜੀਵਨ ਸਫਲਾ ਕਰ ਦਿਓ। ਆਪਣੇ ਚਰਨਾਂ ਨਾਲ ਜੋੜ ਲਓ। ਸਿੱਖ ਜਾਣਦਾ ਹੈ ਵੀ ਇਹ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੀ ਕਲਾ ਵਰਤਦੀ ਹੈ। ਇੱਕ ਦਿਨ ਨਾ ਮਹਾਰਾਜ ਗੁਰੂ ਕਲਗੀਧਰ ਜੀ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ ਸੁਣਾਓ, ਸਾਡੇ ਘੋੜੇ ਤੇ ਸਵਾਰ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੋ। ਤਾਂ ਹੁਣ ਸੁਭਾਵਿਕ ਹੈ ਵੀ ਸੋਚੀ ਪੈ ਗਏ ਸਾਰੇ ਸਿੱਖ ਵੀ ਘੋੜੇ ਤੇ ਚੜ੍ਹਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਿਵੇਂ ਹੋ ਸਕਦੇ ਨੇ। ਇੱਕ ਸਿੱਖ ਸਾਹਸ ਰੱਖ ਕੇ ਅੱਗੇ ਆਇਆ, ਹੱਥ ਜੋੜੇ ਗਰੀਬ ਨਵਾਜ਼, ਜੇ ਤੁਹਾਡੀ ਰਹਿਮਤ ਹੋ ਜਾਏ ਤੇ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਰਥ ਕਰਦਾ ਆ। ਸਤਿਗੁਰੂ ਕਹਿੰਦੇ ਠੀਕ ਹੈ ਸਿੰਘਾ। ਮਹਾਰਾਜ ਜੀ ਜਦੋਂ ਘੋੜੇ ਤੇ ਸਵਾਰ ਹੋਣ ਲੱਗੇ ਨਾ, ਰਕਾਬ ਦੇ ਵਿੱਚ ਚਰਨ ਰੱਖਿਆ ਤੇ ਸਿੱਖ ਹੱਥ ਜੋੜ ਕੇ ਕਹਿੰਦਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਿੱਖਾ ਧਨ ਹੈ, ਸਿੱਖਾ ਧਨ ਹੈ, ਵਾਹ ਵਾਹ। ਜਦੋਂ ਇਹ ਬਚਨ ਆਖੇ ਤੇ ਹੋਰ ਸਿੰਘ ਕਹਿਣ ਲੱਗੇ, ਪਾਤਸ਼ਾਹ ਅਜੇ ਤਾਂ ਇਹ ਮੰਗਲੀ ਜਿਹੜਾ ਉਚਾਰਨ ਕੀਤਾ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ,
ਅਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੋਰ ਪਏ ਹੋਏ ਨੇ। ਮਹਾਰਾਜ ਕਹਿੰਦੇ ਬਸ ਇਹੀ ਮੂਲ ਹੈ। ਜਿਹਨੂੰ ਇਹ ਸਮਝ ਆ ਗਈ ਨਾ ਕਿ ਇੱਕ ਜੋ ਅਦਵੈਤ ਰੂਪ ਵਾਹਿਗੁਰੂ ਵਾਹਿਦ ਹਸਤੀ, ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਜੋ ਸਤ ਚੇਤਨ ਆਨੰਦ ਹੈ। ਜਿਹਨੂੰ ਇਹ ਸਮਝ ਆ ਗਈ, ਜਾਣੋ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਸਮਝ ਲਿਆ। ਹੁਣ ਸਾਰੀ ਕਲਾ ਹੀ ਇਹਦੇ ਵਿੱਚ ਹੈ। ਇੱਕ ਦੀ ਵਿਆਖਿਆ ਓੰਕਾਰ, ਓੰਕਾਰ ਦੀ ਜਿਹੜੀ ਵਿਆਖਿਆ ਹੈ ਮੂਲ ਮੰਤਰ, ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ, ਜਪਜੀ ਸਾਹਿਬ ਜੀ ਦੀ ਵਿਆਖਿਆ ਸਮਗਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ। ਪਾਤਸ਼ਾਹ ਕਹਿੰਦੇ ਵਿਆਖਿਆ ਤਾਂ ਇੱਕ ਦੀ ਹੈ, ਸਾਰੀ ਵਿਆਖਿਆ ਹੀ ਇੱਕ ਦੀ ਹੈ। ਤੋ ਇਹ ਸਾਰੀ ਖੇਡ ਉਦੋਂ ਸਮਝ ਪੈਂਦੀ ਹੈ ਜਦੋਂ ਮਹਾਰਾਜ ਸਿੱਖ ਤੇ ਕਿਰਪਾ ਕਰ ਦਿੰਦੇ ਨੇ, ਦਇਆ ਕਰ ਦਿੰਦੇ ਨੇ। ਜਦੋਂ ਵੀ ਕੋਈ ਨਵਾਂ ਮਜ਼ਮੂਨ ਬਾਣੀ ਵਿੱਚ ਦਿੰਦੇ ਨੇ, ਇਹ ਮੰਗਲ ਦਰਜ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੀ ਸਿੱਖਾ ਇੱਕ ਗੱਲ ਨਾ ਭੁੱਲੀ, ਗੁਰੂ ਦੀ ਕਿਰਪਾ ਨਾਲ ਮਿਲਣਾ। ਜੋ ਵੀ ਤੇਰੀ ਝੋਲੀ ਵਿੱਚ ਪੈਣਾ ਉਹ ਗੁਰੂ ਦੀ ਕਿਰਪਾ ਨਾਲ ਹੀ ਪੈਣਾ ਹੈ, ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ। ਸਤਿਗੁਰੂ ਕਹਿੰਦੇ ਜਿਨ੍ਹਾਂ ਗੁਰੂ ਦਾ ਸ਼ਬਦ ਕਮਾਇਆ ਉਹਨਾਂ ਨੂੰ ਜਗਤ ਦੇ ਜੀਵਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਗਏ। ਗੁਰੂ ਕੇ ਸਿੱਖੋ ਤੁਸੀਂ ਵੀ ਅਰਦਾਸ ਕਰੋ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਨਦਰ ਕਰੋ ਨਿਸਤਾਰਾ। ਆਪਣੀ ਨਦਰ ਕਰਕੇ ਸਾਡਾ ਵੀ ਭਵ ਸਾਗਰ ਤੋਂ ਪਾਰ ਉਤਾਰਾ ਕਰ ਦਿਓ। ਦੋਹਰਾ ਬੇਸ਼ੁਮਾਰ ਸੁਰ ਨਰਨ ਪਤ, ਮੰਦਰ ਜਾਹੇ ਅਪਾਰ। ਪਾਤਸ਼ਾਹ ਜੀ ਕਹਿੰਦੇ ਹੋ ਵਾਹਿਗੁਰੂ ਬੇਸ਼ੁਮਾਰ ਹੈ, ਚਾਹੇ ਦੇਵਤੇ ਨੇ ਚਾਹੇ ਮਨੁੱਖ ਨੇ, ਸਭਨਾਂ ਦਾ ਉਹੀ ਪਰਮੇਸ਼ਰ ਮਾਲਕ ਹੈ। ਅਨੇਕਾਂ ਹੀ ਉਸ ਦੇ ਮੰਦਰ ਨੇ, ਇਹ ਸਰੀਰ ਵੀ ਉਸੇ ਦੇ ਮੰਦਰ ਨੇ, ਧਰਮ ਮੰਦਰ ਵੀ ਉਸੇ ਦੇ ਨੇ, ਸਾਡੇ ਰਹਿਣ ਵਾਲੇ ਘਰ ਵੀ ਉਸੇ ਦੇ ਨੇ। ਇਹ ਸਾਰੇ ਜਿਹੜੇ ਮੰਦਰ ਨੇ ਨਾ, ਇਹ ਪਰਮੇਸ਼ਰ ਕਾਲ ਪੁਰਖ ਦੇ ਨੇ। ਸਾਰਿਆਂ ਘਟਾਂ ਵਿੱਚੋਂ ਸਹੋ ਪਰਮੇਸ਼ਰ ਆਪ ਵਸਦਾ ਹੈ। ਸਹਿਜ ਪਾਏ ਸੋ ਮਿਲਤ ਹੈ, ਤਿਹ ਨਦਰੀ ਨਿਸਤਾਰ। ਸਹਿਜ ਪਾਏ ਉਹ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ ਤੇ ਉਹਦੀ ਨਦਰੀ ਨਾਲ, ਉਹਦੀ ਰਹਿਮਤ ਕਿਰਪਾ ਦੇ ਨਾਲ ਭਵ ਸਾਗਰ ਤੋਂ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹਦੀ ਕਿਰਪਾ ਦੇ ਨਾਲ, ਨਦਰ ਦੇ ਨਾਲ ਸੰਸਾਰ ਤੋਂ ਤਰ ਜਾਈਦਾ ਹੈ। ਜਦੋਂ ਨਦਰੀ ਹੋ ਜਾਵੇ ਤੇ ਭਾਵੇਂ ਕੋਈ ਪਾਪੀ ਕਿਉਂ ਨਾ ਹੋਵੇ ਉਹ ਵੀ ਤਰ ਜਾਂਦਾ ਹੈ ਉਹਦੀ ਨਦਰ ਦੇ ਨਾਲ। ਗੁਰੂ ਨਾਨਕ ਸਾਹਿਬ ਜੀ ਜਦੋਂ ਸਾਧ ਸੰਗਤ ਜੀ ਠੱਗਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੰਨਿਆ ਨਾ, ਹਰੀਪੁਰ ਦੇ ਜਿਹੜੇ ਠੱਗ ਸਨ, ਤੇ ਬਲਦੀ ਹੋਈ ਚਿਖਾ ਵਿੱਚ ਬਸ ਨਦਰੀ ਪਈ ਸੀ ਮਹਾਰਾਜ ਦੀ, ਨਿਗਾਹ ਹੀ ਪਈ ਹੈ ਨਾ, ਤਰ ਗਿਆ ਨਿਗਾਹ ਦੇ ਨਾਲ ਹੀ, ਕਿਰਪਾ ਹੋ ਗਈ ਗੁਰੂ ਸਾਹਿਬ ਦੀ। ਤੇ ਜਿਨ੍ਹਾਂ ਤੇ ਉਹ ਨਦਰ ਕਰ ਦੇਣ, ਨਾਨਕ ਨਦਰੇ ਨਦਰ ਨਿਹਾਲ। ਤੇ ਉਹ ਨਦਰੀ ਜੋ ਪਰਮੇਸ਼ਰ ਆਪਣੀ ਨਦਰ ਕਰਕੇ ਆਪਣੇ ਪਿਆਰੇ ਨੂੰ ਨਦਰੀ ਨਦਰ ਨਿਹਾਲ ਕਰ ਦਿੰਦਾ ਹੈ। ਇਸ ਵਾਸਤੇ ਭਾਈ ਉਹਦੀ ਨਦਰ ਦੇ ਨਾਲ ਭਵ ਸਾਗਰ ਤੋਂ ਤਰੀਦਾ ਹੈ। ਚੌਪਈ ਸੰਤਨ ਸੁਨ ਕਰ ਬਚ ਇਸ ਭਾਂਤੀ। ਇਸ ਪ੍ਰਕਾਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸੰਤ ਜਨਾਂ ਨੇ ਸੁਣਿਆ ਹੈ। ਨਸਿਓ ਭਰਮ ਉਪਜੀ ਮਨ ਸ਼ਾਂਤੀ। ਅੰਦਰ ਦਾ ਜਿਹੜਾ ਭਰਮ ਸੀ ਉਹ ਮਿਟ ਗਿਆ, ਹਿਰਦੇ ਵਿੱਚ ਸ਼ਾਂਤੀ ਪੈਦਾ ਹੋ ਗਈ। ਹਾਥ ਜੋਰ ਪਦ ਬੰਧਨ ਕਰਹੀ। ਦੋਨੇ ਹੱਥ ਬੰਨ ਬੰਨ ਕੇ ਬਾਰੰਬਾਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਬਾਰ ਬਾਰ ਬਹੁ ਬਿਨੈ ਉਚਰਹੀ। ਬਾਰ ਬਾਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ, ਅਰਦਾਸਾਂ ਜੋਦੜੀਆਂ ਕਰਦੇ ਹਨ। ਤੁਮ ਪਰਮੇਸ਼ੁਰ ਕੋ ਅਵਤਾਰਾ। ਹੇ ਸਤਿਗੁਰੂ ਆਪ ਜੀ ਪਰਮੇਸ਼ਰ ਕਾਲ ਪੁਰਖ ਦਾ ਅਵਤਾਰ ਹੋ। ਜਿਨ੍ਹਾਂ ਨੇ ਜਾਣਿਆ ਨਾ ਉਹਨਾਂ ਨੇ ਹੀ ਸਮਝਿਆ, ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਸਮਝਿਆ। ਆਪਾਂ ਤਾਂ ਗੁਰੂ ਕਹਿ ਦਿੰਦੇ ਆ, ਪਰਮੇਸ਼ਰ ਦੀ ਗੱਲ ਤਾਂ ਦੂਰ ਹੈ, ਅਜੇ ਤਾਂ ਗੁਰੂ ਦਾ ਭੇਦ ਹੀ ਸਿੱਖ ਨਹੀਂ ਜਾਣ ਸਕਿਆ ਵੀ ਗੁਰੂ ਦੀ ਹਸਤੀ ਕੀ ਹੈ। ਜਿਸ ਦਿਨ ਗੁਰੂ ਦੀ ਮਹਾਨ ਹਸਤੀ ਨੂੰ ਜਾਣ ਲਏਗਾ ਉਸ ਦਿਨ ਇਹਨੂੰ ਸੋਝੀ ਪੈ ਜਾਏਗੀ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਜਿਸ ਦਿਨ ਜਾਣ ਲਿਆ ਫਿਰ ਉਸ ਦਿਨ ਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਰ ਕਹਿ ਉਠੇਗਾ। ਜਦੋਂ ਸੰਤ ਜਨਾਂ ਨੂੰ ਸੋਝੀ ਪੈ ਗਈ ਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਪਾਰ ਬ੍ਰਹਮ ਦਾ ਅਵਤਾਰ ਹੋ। ਸਾਈਂ ਮੀਆਂ ਮੀਰ ਜੀ ਵੀ ਇਹੀ ਕਹਿੰਦੇ ਨੇ, ਛੇਵੇਂ ਪਾਤਸ਼ਾਹ ਜਦੋਂ ਸੱਚਖੰਡ ਜਾਈਦਾ ਤੁਹਾਡੇ ਹੀ ਦਰਸ਼ਨ ਹੁੰਦੇ ਨੇ, ਤੁਹਾਡੇ ਹੀ ਦੀਦਾਰ ਹੁੰਦੇ। ਜਿਨ੍ਹਾਂ ਨੇ ਜਾਣਿਆ
ਉਹਨਾਂ ਨੇ ਆਖਿਆ ਮਹਾਰਾਜ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹੋ। ਨਰਨ ਉਧਾਰਨ ਕੋ ਤਨ ਧਾਰਾ। ਇਹ ਜਿਹੜਾ ਸਰੀਰ ਆਪ ਜੀ ਨੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਧਾਰਨ ਕੀਤਾ ਹੈ। ਹਮਕੋ ਦੂਜੀ ਨਾਹੀ ਥਾਓ। ਆਪ ਜੀ ਤੋਂ ਬਿਨਾਂ ਸਾਨੂੰ ਹੋਰ ਕੋਈ ਦੂਸਰੀ ਥਾਂ ਨਹੀਂ ਹੈ। ਕਰਹੁ ਮੁਕਤ ਦੇ ਅਪੁਨਾ ਨਾਉ। ਕਿਰਪਾ ਕਰਕੇ ਮਹਾਰਾਜ ਆਪਣੇ ਚਰਨਾਂ ਵਿੱਚ ਰੱਖ ਕੇ ਆਪਣੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਮੁਕਤ ਕਰ ਦਿਓ। ਸਾਡੇ ਸਾਰੇ ਬੰਧਨ ਤੋੜ ਦਿਓ, ਨਾਮ ਦੀ ਦਾਤ ਬਖਸ਼ੋ। ਬਹੁ ਦਿਨ ਹਮ ਪਰਮਤ ਜਗ ਫਿਰੇ। ਇਸ ਜਗਤ ਦੇ ਅੰਦਰ ਮੁਕਤੀ ਪ੍ਰਾਪਤ ਕਰਨ ਵਾਸਤੇ ਅਸੀਂ ਬਹੁਤ ਸਮਾਂ ਭਰਮੇ ਹਾਂ। ਅਬ ਨਿਸ਼ਚੈ ਕਰ ਤੁਮ ਗੁਰ ਕਰੇ। ਹੁਣ ਮਹਾਰਾਜ ਅਸੀਂ ਨਿਸ਼ਚਾ ਕਰਕੇ ਆਪ ਜੀ ਨੂੰ ਗੁਰੂ ਧਾਰਨ ਕੀਤਾ ਹੈ। ਸ਼ਰਨ ਪਰੇ ਕੀ ਰਾਖੋ ਸੁਆਮੀ। ਕਿਰਪਾ ਕਰਕੇ ਮਾਲਕ ਜੀ ਸੁਆਮੀ ਜੀ ਸ਼ਰਨ ਪਰੇ ਦੀ ਆਪ ਜੀ ਲਾਜ ਰੱਖ ਲਵੋ। ਹਮ ਸਦੀਵ ਤੁਮਰੇ ਅਨੁਗਾਮੀ। ਅਸੀਂ ਸਦੀਵ ਆਪ ਜੀ ਦੇ ਅਨੁਸਾਰ ਚੱਲਣ ਵਾਲੇ ਹਾਂ। ਦੋਹਰਾ ਸ਼੍ਰੀ ਨਾਨਕ ਤਿਨ ਪ੍ਰਤ ਕਹਿਓ ਧਰ ਸ਼ਰਦਾ ਦਿਨ ਰੈਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਤੀ ਕਹਿੰਦੇ ਭਾਈ ਗੁਰਮਖੋ ਆਪਣੇ ਹਿਰਦੇ ਅੰਦਰ ਸ਼ਰਧਾ ਧਾਰਨ ਕਰੋ। ਵਾਹਿਗੁਰੂ ਸਿਮਰਨ ਕਰੋ ਹੋਵਹੁ ਮੋਖ ਸੁਖੈਨ। ਦਿਨ ਰਾਤ ਸ਼ਰਧਾ ਧਾਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ। ਨਾਮ ਦਾ ਪੱਲਾ ਪਕੜੋ ਕਿਉਂਕਿ ਨਾਮ ਹੀ ਮੁਕਤੀ ਦਾਤਾ ਹੈ। ਬਾਕੀ ਸਾਰੇ ਕਰਮਕਾਂਡ ਫੋਕਟ ਦੇ ਨੇ, ਉਹਨਾਂ ਵਿੱਚੋਂ ਮੁਕਤੀ ਪੈਦਾ ਨਹੀਂ ਹੁੰਦੀ। ਸਾਡੇ ਜਿੰਨੇ ਵੀ ਬੰਧਨ ਪਰਮੇਸ਼ਰ ਦੇ ਨਾਮ ਨੇ ਤੋੜਨੇ ਨੇ। ਇਸ ਵਾਸਤੇ ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਨਾ ਕਰੋ। ਚੌਪਈ ਇਸ ਪ੍ਰਕਾਰ ਤਿਨ ਦੇ ਉਪਦੇਸ਼ਾ। ਪਰਮੇਸ਼ਰ ਦਾ ਨਾਮ ਸੁਖੈਨ ਹੀ ਤੁਹਾਨੂੰ ਮੁਕਤ ਕਰ ਦੇਗਾ। ਇਸ ਪ੍ਰਕਾਰ ਮਹਾਰਾਜ ਨੇ ਉਹਨਾਂ ਸੰਤ ਜਨਾਂ ਮਹਾਂਪੁਰਸ਼ਾਂ ਨੂੰ ਉਪਦੇਸ਼ ਬਖਸ਼ਿਆ ਹੈ। ਕੀਨ ਗਮਨ ਆਗੇ ਜਗਤੇਸ਼ਾ। ਇਥੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਨੂੰ ਚਾਲੇ ਪਾ ਦਿੱਤੇ। ਤਿਨ ਸੰਤਨ ਕਰ ਹਿਰਦੇ ਉਮੰਗਾ। ਜਿੰਨੇ ਵੀ ਉਹ ਸੰਤ ਜਨ ਸਨ ਉਹਨਾਂ ਨੇ ਹਿਰਦੇ ਵਿੱਚ ਬੜਾ ਉਤਸ਼ਾਹ ਧਾਰਨ ਕਰਕੇ ਸ਼੍ਰੀ ਸਤਿਗੁਰ ਕੇ ਗਮਨੇ ਸੰਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਚੱਲ ਪਏ। ਮਾਰਗ ਬਿਖੈ ਜਾਤ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਸਤੇ ਵਿੱਚ ਚੱਲਦੇ ਜਾ ਰਹੇ ਹਨ। ਕਹਿਣ ਲੱਗੇ ਮੁਝ ਸੋ ਅਸਬਾਨੀ। ਤੇ ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਜੀਓ ਮਹਾਰਾਜ ਰਸਤੇ ਵਿੱਚ ਚਲਦਿਆਂ ਚਲਦਿਆਂ ਮੈਨੂੰ ਪਾਤਸ਼ਾਹ ਜੀ ਕਹਿਣ ਲੱਗੇ ਹਨ। ਲਾਲੋ ਹੈ ਬਹੁ ਮੀਤ ਹਮਾਰਾ। ਏਮਨਾਬਾਦ ਨਗਰ ਜਿਹਨੂੰ ਸੈਦਪੁਰ ਵੀ ਕਹਿੰਦੇ ਨੇ, ਇਸ ਨਗਰ ਦੇ ਵਿੱਚ ਸਾਡਾ ਮਿੱਤਰ ਭਾਈ ਲਾਲੋ ਰਹਿੰਦਾ ਹੈ। ਚਲੋ ਮਿਲਾਇਆ ਬਤਾਹੇ ਸੰਗਾਰਾ। ਚਲੋ ਭਾਈ ਬਾਲਾ ਜੀ ਹੁਣ ਆਪਾਂ ਏਮਨਾਬਾਦ ਚਲਦੇ ਆ ਤੇ ਚੱਲ ਕੇ ਆਪਣੇ ਮਿੱਤਰ ਭਾਈ ਲਾਲੋ ਜੀ ਨੂੰ ਮਿਲਦੇ ਹਾਂ। ਬਹੁਤ ਦਿਵਸ ਬੀਤੇ ਤਹਿ ਦੇਖੇ। ਅਨੇਕਾਂ ਹੀ ਦਿਨ ਬਤੀਤ ਹੋ ਗਏ ਆਪਣੇ ਮਿੱਤਰ ਨੂੰ ਵੇਖਿਆ। ਇਹ ਵੀ ਪ੍ਰੇਮ ਦੀ ਖੇਡ ਹੈ ਨਾ। ਜੇ ਸਿੱਖ ਮਹਾਰਾਜ ਨੂੰ ਯਾਦ ਕਰਦਾ ਵੀ ਪਾਤਸ਼ਾਹ ਚਿਰ ਹੋਆ ਦੇਖੇ ਸਾਰੰਗ ਪਾਨੀ, ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ। ਤੇ ਉਹਨਾਂ ਪ੍ਰੇਮ ਗੁਰੂ ਸਾਹਿਬ ਦੇ ਅੰਦਰ ਵੀ ਹੁੰਦਾ ਸਿੱਖ ਨੂੰ ਬਿਨਾਂ ਵੇਖਿਆ ਵੀ ਸਿੱਖ ਦੇ ਵੀ ਅਸੀਂ ਦੀਦਾਰ ਨਹੀਂ ਕੀਤੇ, ਸਿੱਖ ਨੂੰ ਤੱਕਿਆ ਨਹੀਂ, ਵੇਖਿਆ ਨਹੀਂ। ਜਿੰਨੀ ਤਾਂਘ ਸਿੱਖ ਦੇ ਮਨ ਦੇ ਅੰਦਰ ਹੁੰਦੀ ਹੈ ਨਾ ਗੁਰੂ ਦੇ ਦਰਸ਼ਨਾਂ ਦੀ, ਇੰਨੀ ਤਾਂਘ ਗੁਰੂ ਦੇ ਅੰਦਰ ਵੀ ਹੁੰਦੀ ਹੈ। ਜੈਸੇ ਮਸ਼ਕੀਨ ਜੀ ਕਹਿੰਦੇ ਵੀ ਜਦੋਂ ਅਸੀਂ ਭਾਉ ਦੇ ਨਾਲ ਨਿਰੰਕਾਰ ਨੂੰ ਚੇਤੇ ਕਰਦੇ ਆ ਨਾ, ਜਿੰਨੀ ਗਹਿਰਾਈ ਨਾਲ ਕਰਦੇ ਆ ਤੇ ਇਹ ਜਾਣੋ ਵੀ ਨਿਰੰਕਾਰ ਵੀ ਸਾਨੂੰ ਚੇਤੇ ਕਰਦਾ ਹੁੰਦਾ ਹੈ। ਤੇ ਜੇ ਭਾਈ ਲਾਲੋ ਜੀ ਚੇਤੇ ਕਰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਤੇ ਗੁਰੂ ਨਾਨਕ ਸਾਹਿਬ ਜੀ ਵੀ ਚੇਤੇ ਕਰਦੇ ਨੇ ਭਾਈ ਬਾਲਾ ਜੀ ਬੜਾ ਸਮਾਂ ਹੋ ਗਿਆ ਆਪਣੇ ਮਿੱਤਰ ਨੂੰ ਮਿਲਿਆ, ਚਲੋ ਚੱਲ ਕੇ ਉਹਨਾਂ ਨੂੰ ਮਿਲੀਏ, ਉਹਨਾਂ ਨੂੰ ਦਰਸ਼ਨ ਦਈਏ। ਨਗਰ ਏਮਨਾਬਾਦ ਵਿਸ਼ੇਖੇ। ਸਤਿਗੁਰੂ ਕਹਿੰਦੇ ਜਿਹੜਾ ਏਮਨਾਬਾਦ ਨਗਰ ਹੈ, ਕਹਿ ਬਚ ਗਮਨਤ ਗੁਰੂ ਅਗਾਰੀ। ਏਮਨਾਬਾਦ ਨਗਰ ਵਿੱਚ ਸਾਡਾ ਸਿੱਖ ਰਹਿੰਦਾ ਭਾਈ ਲਾਲੋ। ਆਪ ਜੀ ਨੇ ਇਤਿਹਾਸ ਸੁਣਿਆ ਕਿ ਜਦੋਂ ਗਰੀਬ ਨਵਾਜ ਪਹਿਲੀ ਉਦਾਸੀ ਨੂੰ ਚੱਲੇ ਤੇ ਭਾਈ ਲਾਲੋ ਦੇ ਗ੍ਰਹਿ ਚਰਨ ਪਾਏ 25 ਦਿਨ ਇੱਥੇ ਰਹੇ ਸਨ ਮਹਾਰਾਜ ਜੀ। ਤੇ ਜਦੋਂ ਸੰਗਲਾ ਦੀਪ ਨੂੰ ਗਰੀਬ ਨਵਾਜ ਚੱਲਣ ਲੱਗੇ ਤੇ ਭਾਈ ਲਾਲੋ ਜੀ ਕਹਿੰਦੇ ਪਾਤਸ਼ਾਹ ਆਪ ਜੀ ਚੱਲੇ ਹੋ, ਕੋਈ ਗਲਤੀ ਹੋ ਗਈ? ਮਹਾਰਾਜ ਕਹਿੰਦੇ ਨਹੀਂ, ਤੇਰੇ ਵਰਗਾ ਇੱਕ ਹੋਰ ਪਿਆਰਾ ਚੇਤੇ ਕਰਦਾ, ਉਹਨੂੰ ਦਰਸ਼ਨ ਦੇਣੇ ਨੇ। ਪਾਤਸ਼ਾਹ ਜੀ 25 ਦਿਨ ਹੋ ਗਏ ਨੇ, 5 ਕੁ ਦਿਨ ਹੋਰ ਰੁਕ ਜਾਓ, 1 ਮਹੀਨਾ ਹੋ ਜਾਏਗਾ। ਗੁਰਦੇਵ ਕਹਿੰਦੇ ਭਾਈ ਲਾਲੋ ਜੀ
ਹੁਣੇ ਜਾਣਾ ਜ਼ਰੂਰੀ ਹੈ। ਇਹ 5 ਦਿਨ ਬਾਅਦ ਵਿੱਚ ਆ ਕੇ ਰਹਾਂਗੇ, ਤੁਹਾਡੇ ਨਾਲ ਬਚਨ ਰਿਹਾ, ਫੇਰ ਆਵਾਂਗੇ ਤੇ ਫਿਰ ਤੁਹਾਡੇ ਕੋਲ 5 ਦਿਨ ਅਸੀਂ ਆ ਕੇ ਰਹਾਂਗੇ। ਤੇ ਸਤਿਗੁਰਾਂ ਨੇ ਆਪਣਾ ਉਹ ਪਾਵਨ ਕੀਤਾ ਹੋਇਆ ਬਚਨ ਪੂਰਨ ਕੀਤਾ ਤੇ ਏਮਨਾਬਾਦ ਦੀ ਧਰਤੀ ਨੂੰ ਚੱਲੇ ਹਨ। ਹਮ ਫਕੀਰ ਸਭ ਚਲ ਹੈ ਪਿਛਾਰੀ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਜੀ ਅੱਗੇ ਅੱਗੇ ਜਾ ਰਹੇ ਨੇ, ਅਸੀਂ ਜਿੰਨੇ ਵੀ ਫਕੀਰ ਜਨ ਮਹਾਰਾਜ ਜੀ ਦੇ ਪਿੱਛੇ ਚੱਲਦੇ ਜਾ ਰਹੇ ਹਾਂ। ਮੰਦ ਮੰਦ ਗਤ ਸੁੰਦਰ ਭਾਰੀ। ਮਹਾਰਾਜ ਜੀ ਦੀ ਜਿਹੜੀ ਚਾਲ ਬੜੀ ਸੁੰਦਰ ਹੈ। ਹੌਲੀ ਹੌਲੀ ਸਤਿਗੁਰ ਜੀ ਆਪਣੇ ਚਰਨ ਧਰਤੀ ਤੇ ਰੱਖਦੇ ਨੇ। ਜੈਸੇ ਗੁਰਬਾਣੀ ਦਾ ਬਚਨ ਹੈ, ਸਾਰੰਗ ਜਿਉ ਪਗ ਧਰੈ ਠਿਮ ਠਿਮ। ਜਿਵੇਂ ਹਾਥੀ ਦਾ ਬੱਚਾ ਹੌਲੀ ਹੌਲੀ ਕਦਮ ਧਰਤੀ ਤੇ ਰੱਖਦਾ ਨਾ, ਬੜੀ ਸੁੰਦਰ ਚਾਲ ਚੱਲਦਾ ਹੈ, ਏਦਾਂ ਮਹਾਰਾਜ ਬੜੀ ਪਿਆਰੀ ਸੁੰਦਰ ਚਾਲ ਚੱਲਦੇ ਹਨ। ਬਿਗਸਤ ਬੋਲਤ ਕਰਤ ਵਿਚਾਰੀ। ਮੁਸਕਰਾਉਂਦੇ ਹੋਏ ਆਪਣੇ ਪਿਆਰਿਆਂ ਨਾਲ ਬਚਨ ਬਿਲਾਸ ਕਰਦੇ ਹਨ, ਬੜੇ ਖੁਸ਼ ਹੁੰਦੇ ਹਨ। ਬਿਨ ਸ਼ਰਮ ਸਰਬ ਪੰਦ ਕੋ ਛੋਰੀ। ਇਸ ਤਰ੍ਹਾਂ ਬਿਨਾਂ ਥਕਾਵਟ ਤੋਂ ਚਲਦਿਆਂ ਚਲਦਿਆਂ ਸਾਰਾ ਪੈਂਡਾ ਤੈਅ ਕਰ ਲਿਆ ਹੈ। ਦੀਨਾਨਾਥ ਗਏ ਤੇ ਠੌਰੀ। ਦੀਨਾਨਾਥ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਏਮਨਾਬਾਦ ਜਾ ਪਹੁੰਚੇ ਹਨ। ਨਗਰ ਏਮਨਾਬਾਦ ਪਹੁੰਚੇ। ਇਸ ਤਰ੍ਹਾਂ ਜਿੱਥੇ ਭਾਈ ਲਾਲੋ ਜੀ ਰਹਿੰਦੇ ਹਨ, ਉਸ ਏਮਨਾਬਾਦ ਨਗਰ ਵਿੱਚ ਪਹੁੰਚੇ ਹਨ। ਬੈਠੇ ਵਹਿਰ ਸਥਲ ਪਿਖ ਊਚੇ। ਨਗਰ ਤੋਂ ਬਾਹਰ ਉੱਚਾ ਥਾਂ ਵੇਖ ਕੇ ਇੱਥੇ ਮਹਾਰਾਜ ਨੇ ਆਪਣਾ ਆਸਣ ਲਾਇਆ ਹੈ। ਚਹੁੰ ਦਿਸ ਸੋਹਿਤ ਭਏ ਫਕੀਰਾ। ਸਤਿਗੁਰਾਂ ਦੇ ਚਾਰ ਚੁਫੇਰੇ ਫਕੀਰ ਜਨ ਬੈਠੇ ਸ਼ੋਭਾ ਪਾਉਂਦੇ ਹਨ। ਜੈਸੇ ਚੰਦਰਮਾ ਤਾਰਿਆਂ ਦੇ ਪਰਿਵਾਰ ਵਿੱਚ ਸ਼ੋਭਾ ਪਾਉਂਦਾ ਹੈ, ਤੈਸੇ ਮਹਾਰਾਜ ਸੰਤ ਜਨਾਂ ਵਿੱਚ ਬੈਠੇ ਸ਼ੋਭਾ ਪਾਉਂਦੇ ਹਨ। ਬੀਚ ਬਿਰਾਜੈ ਗੁਨੀ ਗਹੀਰਾ। ਸੰਤ ਜਨਾਂ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਿਰਾਜਦੇ ਹਨ। ਰੋੜਨ ਕੋ ਚੌਤਰਾ ਬਣਾਇਓ। ਉੱਥੇ ਰੋੜਿਆਂ ਦਾ ਮਹਾਰਾਜ ਨੇ ਇੱਕ ਚੌਂਤਰਾ ਬਣਾਇਆ ਹੈ। ਉੱਪਰ ਬੈਠ ਗਇਓ ਸੁਖਦਾਇਓ। ਸੁੱਖਾਂ ਦੇ ਦਾਤੇ ਉਸ ਰੋੜੇ ਦੇ ਚੌਂਤਰੇ ਉੱਪਰ ਬਹਿ ਗਏ ਹਨ। ਅਬਲੋ ਰੋੜੀ ਨਾਮ ਕਹਾਵਹਿ। ਹੁਣ ਤੱਕ ਇਹ ਜਿਹੜਾ ਸਥਾਨ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਕਹਾਉਂਦਾ ਹੈ, ਇਹ ਪਾਵਨ ਪਵਿੱਤਰ ਸਥਾਨ ਉੱਥੇ ਅਜੇ ਵੀ ਸੁਸ਼ੋਭਿਤ ਹੈ। ਮਨ ਬਾਂਛਤ ਦਰਸ਼ਨ ਫਲ ਪਾਵਹਿ। ਜਿਹੜੇ ਵੀ ਗੁਰੂ ਕੇ ਸਿੱਖ ਜਾਂਦੇ ਨੇ ਉਹ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਕਰਦੇ ਨੇ ਇਸ ਸਥਾਨ ਦੇ ਦਰਸ਼ਨ ਕਰਕੇ। ਇੱਥੇ ਸਿੰਘਾਂ ਨੇ ਜੰਗ ਵੀ ਕੀਤਾ। ਜਿਹੜਾ ਜਸਪਤ ਰਾਏ ਸੀ ਉਹਨੂੰ ਇੱਥੇ ਸੰਘਾਰਿਆ, ਉਹਦਾ ਨਾਸ਼ ਗੁਰੂ ਕੇ ਪੰਥ ਨੇ ਕੀਤਾ। ਇੱਥੇ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਗਏ ਸਨ ਤੇ ਸਿੰਘਾਂ ਨੇ ਆਖਿਆ ਸਾਂ ਗੁਰਪੁਰਬ ਮਨਾਉਣਾ ਹੈ ਤੇ ਸਾਨੂੰ ਬਾਜ਼ਾਰ ਵਿੱਚੋਂ ਵਸਤਾਂ ਖਰੀਦ ਲੈਣ ਦੇ। ਲਖਪਤ ਰਾਏ ਦਾ ਉਹ ਭਰਾ ਸੀਗਾ ਤੇ ਸਾਡਾ ਤੇਰਾ ਕੋਈ ਬੈਰ ਵਿਰੋਧ ਨਹੀਂ, ਪਰ ਉਹਨੇ ਸਿੰਘਾਂ ਨੂੰ ਜਦੋਂ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪ੍ਰਤੀ ਕੁਝ ਸ਼ਬਦ ਵਰਤੇ ਕਿ ਅਸੀਂ ਉਹਨਾਂ ਨੂੰ ਸ਼ਹੀਦ ਕਰਾਇਆ, ਇਸੇ ਤਰ੍ਹਾਂ ਕਹਿੰਦੇ ਤੁਹਾਡਾ ਵੀ ਹਾਲ ਕੀਤਾ ਜਾਏਗਾ। ਤੇ ਪੰਥ ਨੂੰ ਇੱਕ ਅੰਦਰੋਂ ਵੰਗਾਰ ਪਈ। ਜਦੋਂ ਮਿਹਣਾ ਮਾਰਿਆ ਉਹਨੇ ਤੇ ਫਿਰ ਖਾਲਸਾ ਪੰਥ ਤਿਆਰ ਬਰ ਤਿਆਰ ਹੋ ਗਿਆ ਤੇ ਜਸਪਤ ਰਾਏ ਦਾ ਸਿਰ ਵੱਢਿਆ ਗੁਰੂ ਕੇ ਖਾਲਸੇ ਨੇ ਇੱਥੇ। ਤੋ ਇਹ ਜਿਹੜਾ ਰੋੜੀ ਸਾਹਿਬ ਸਤਿਗੁਰਾਂ ਦਾ ਪਾਵਨ ਸਥਾਨ ਹੈ ਜਿੱਥੇ ਮਹਾਰਾਜ ਜੀ ਬਿਰਾਜੇ ਹਨ। ਦੋਹਰਾ ਗਿਰ ਹੰਕਾਰ ਤੇ ਤਰ ਉਤਰ ਸਰਬਰੇਨ ਕਰ ਛਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਜੀਵ ਹੰਕਾਰ ਦੇ ਪਹਾੜ ਤੋਂ ਹੇਠਾਂ ਉਤਰ ਜਾ ਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣਨਾ। ਇਹ ਜਿਹੜਾ ਘਰ ਬਣਾ ਲੈ, ਸਾਰਿਆਂ ਦੇ ਚਰਨਾਂ ਦੀ ਧੂੜ ਬਣਨਾ, ਇਹ ਘਰ ਬਣਾ ਲੈ ਤੇ ਉੱਚੇ ਪਹਾੜ ਤੋਂ ਹੇਠਾਂ ਉਤਰ ਜਾ। ਹੰਕਾਰ ਨੂੰ ਆਪਣੇ ਮਨ ਵਿੱਚੋਂ ਤਿਆਗ ਦੇ। ਉਸ਼ਨ ਸੀਤਾਦ ਵਿਕਾਰ ਜੇ ਹੇ ਮਨ ਤਬ ਸੁਖ ਪਾਏ। ਕਿਉਂਕਿ ਜਦੋਂ ਉੱਚੇ ਪਹਾੜ ਤੇ ਬੈਠੀਏ ਉਤੋਂ ਗਰਮੀ ਵੀ ਪੈਂਦੀ ਹੈ, ਮੀਂਹ ਵੀ ਪੈਂਦਾ ਹੈ, ਸਰਦੀ ਵੀ ਪੈਂਦੀ ਹੈ, ਉੱਥੇ ਤੰਗ ਰਹਿੰਦਾ ਹੈ। ਤੇ ਜਦੋਂ ਘਰ ਬਣਾ ਕੇ ਬਹਿ ਜਾਂਦਾ ਹੈ ਫਿਰ ਉੱਥੇ ਸਰਦੀ ਵੀ ਨਹੀਂ ਲੱਗਦੀ, ਗਰਮੀ ਵੀ ਨਹੀਂ ਲੱਗਦੀ, ਬਰਖਾ ਤੋਂ ਵੀ ਬਚ ਜਾਂਦਾ ਹੈ। ਤੇ ਕਵੀ ਜੀ ਕਹਿੰਦੇ ਇਸੇ ਪ੍ਰਕਾਰ ਜਦੋਂ ਕੋਈ ਨਿਮਰਤਾ ਦਾ ਸਾਰਿਆਂ ਦੇ ਚਰਨਾਂ ਦੀ ਰੇਣ ਹੋਣ ਰੂਪੀ ਘਰ ਬਣਾ ਲੈਂਦਾ ਹੈ ਤੇ ਫਿਰ ਇਹਨੂੰ ਵਿਕਾਰ ਨਹੀਂ ਵਿਆਪਦੇ। ਨਾ ਰਜੋਗੁਣ ਦਾ ਵਿਕਾਰ ਵਿਆਪਦਾ ਹੈ, ਨਾ ਤਮੋ ਗੁਣ ਦਾ। ਰਜੋਗੁਣ ਸੀਤ ਹੋ ਗਈ ਤੇ ਤਮੋ ਗੁਣ ਜਿਹੜੀ ਗਰਮੀ ਪੈਂਦੀ ਹੈ, ਇਹ ਤੈਨੂੰ ਵਿਕਾਰ ਜਿਹੜਾ ਨਹੀਂ ਵਿਆਪੇਗਾ। ਇਹਨਾਂ ਵਿਕਾਰਾਂ ਤੋਂ ਤੂੰ ਰਹਿਤ ਹੋ ਜਾਵੇਂਗਾ। ਤੇ ਹੇ ਮਨ, ਜਦੋਂ ਇਹ ਨਿਮਰਤਾ ਰੂਪੀ ਘਰ ਪਾ ਲਏਗਾ
ਉਦੋਂ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਸ੍ਰੀ ਬਾਲਾ ਸੰਦੂਰ ਵਾਚ ਚੌਪਈ ਸ਼੍ਰੀ ਅੰਗਦ ਸੁਣੀਏ ਇਤਿਹਾਸਾ। ਭਾਈ ਬਾਲਾ ਸੰਧੂ ਜੀ ਬੇਨਤੀ ਕਰਦੇ ਹਨ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰੋ। ਵਹਿਰ ਨਗਰ ਬੈਠੇ ਸੁਖ ਰਾਸਾ। ਏਮਨਾਬਾਦ ਨਗਰ ਤੋਂ ਬਾਹਰ ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਹਨ। ਹੁਤੋ ਪਠਾਨ ਤਹਾਂ ਕੋ ਰਾਜਾ। ਇਸ ਨਗਰ ਦਾ ਜਿਹੜਾ ਰਾਜਾ ਸੀ ਉਹ ਪਠਾਨ ਸੀ। ਘਰ ਘਰ ਬਹੁਤ ਬਜਾਵਹਿ ਬਾਜਾ। ਹਰੇਕ ਘਰ ਘਰ ਵਿੱਚ ਆਪਣੀ ਸ਼ੋਭਾ ਦੇ ਉਹ ਵਾਜੇ ਵਜਾਉਂਦਾ ਹੈ। ਅਧਿਕ ਵਿਆਹ ਤਿਸ ਦਿਨ ਪੁਰ ਮਾਹੀ। ਜਿਸ ਦਿਨ ਪਾਤਸ਼ਾਹ ਏਮਨਾਬਾਦ ਗਏ ਉਸ ਦਿਨ ਨਗਰ ਵਿੱਚ ਵਿਆਹ ਸਨ। ਕਰਤ ਕੁਲਾਹਲ ਉਰ ਹਰ ਖਾਹੀ। ਇਥੋਂ ਦੇ ਨਗਰ ਦੇ ਲੋਕ ਜਿਹੜੇ ਬੜਾ ਕੁਲਾਹਲ ਮਚਾ ਰਹੇ ਨੇ, ਹਿਰਦੇ ਵਿੱਚ ਅਤੀ ਪ੍ਰਸੰਨ ਖੁਸ਼ ਹਨ। ਗਾਵਹਿ ਨਾਚਹਿ ਮਾਚਹਿ ਰੰਗਾ। ਗਾਉਂਦੇ ਨੇ, ਨੱਚਦੇ ਹਨ, ਅਨੇਕਾਂ ਰੰਗਾਂ ਦੇ ਵਿੱਚ ਰਚਦੇ ਹਨ। ਅਤਿ ਉਤਸਵ ਮਹਿ ਰਹੇ ਉਮੰਗਾ। ਸਾਰਿਆਂ ਦੇ ਮਨ ਦੇ ਅੰਦਰ ਬੜਾ ਉਤਸ਼ਾਹ ਹੈ। ਭੂਖਨ ਬਸਤਰ ਨਵੀਨ ਪਹਿਰ ਕੈ। ਨਵੇਂ ਗਹਿਣੇ ਨਵੇਂ ਬਸਤਰ ਸਭ ਨੇ ਸਰੀਰ ਤੇ ਪਹਿਨੇ ਹਨ। ਬਨੇ ਛੈਲ ਬਹੁ ਗਰਭ ਗਹਿਰ ਕੈ। ਬੜੇ ਛੈਲ ਛਬੀਲੇ ਸੁੰਦਰ ਬਣੇ ਹੋਏ ਨੇ। ਮਨ ਦੇ ਅੰਦਰ ਬੜਾ ਹੰਕਾਰ ਅਭਿਮਾਨ ਹੈ ਆਪਣੀ ਜਵਾਨੀ ਦਾ। ਅਵਲੋਕਤ ਹੈ ਰੰਗ ਤਮਾਸ਼ੇ। ਨਗਰ ਦੇ ਜਿਹੜੇ ਰੰਗ ਤਮਾਸ਼ੇ ਉਹਨਾਂ ਨੂੰ ਵੇਖ ਰਹੇ ਹਨ। ਅਨੇਕ ਪ੍ਰਕਾਰ ਨਠਾਨ ਹੈ ਹਾਸੇ। ਅਨੇਕਾਂ ਪ੍ਰਕਾਰਾਂ ਦੇ ਹਾਸੇ ਕਰਦੇ ਹਨ। ਕਰੀਨ ਬਿਖੈ ਕੁਦਾਏ ਤੁਰੰਗਾ। ਗਲੀਆਂ ਦੇ ਵਿੱਚ ਆਪਣੇ ਘੋੜਿਆਂ ਨੂੰ ਦੜਾਉਂਦੇ ਕਦਾਉਂਦੇ ਹਨ। ਬੈਠੇ ਮੂਛ ਬਾਮ ਸਰਬੰਗਾ। ਘੋੜਿਆਂ ਦੇ ਉੱਪਰ ਬਹਿ ਕਰਕੇ ਆਪਣੀਆਂ ਕੁੰਡੀਆਂ ਮੁੱਛਾਂ ਨੂੰ ਤਾ ਦਿੰਦੇ ਹਨ। ਸ਼੍ਰੀ ਕਰਤਾਰ ਦਿਸ਼ਾ ਤੇ ਭੂਲੇ। ਸਾਧ ਸੰਗਤ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਭੁੱਲ ਚੁੱਕੇ ਹਨ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚੋਂ ਵਿਸਾਰਿਆ ਹੈ। ਵਿਸ਼ੈ ਵਿਕਾਰਨ ਮਹਿ ਅਨਕੂਲੇ। ਵਿਸ਼ੇ ਵਿਕਾਰਾਂ ਵਿੱਚ ਵਾਸ਼ਨਾਵਾਂ ਦੇ ਵਿੱਚ ਭੁੱਲੇ ਹੋਏ ਹਨ। ਸੰਤ ਅਤਿਥੀ ਕੀ ਸੇਵਾ ਨ ਜਾਣਹਿ। ਕੋਈ ਸੰਤ ਕੋਈ ਅਤਿਥੀ ਲੋੜਵੰਦ ਉਹਨਾਂ ਦੀ ਸੇਵਾ ਕਰਨੀ ਨਹੀਂ ਜਾਣਦੇ। ਦੇਖ ਫਕੀਰਨ ਹਾਸੀ ਠਾਨ ਹੈ। ਜੇਕਰ ਕਿਸੇ ਫਕੀਰ ਨੂੰ ਵੇਖਦੇ ਤੇ ਮਖੌਲ ਕਰਨਾ ਸ਼ੁਰੂ ਕਰ ਦਿੰਦੇ ਨੇ, ਹਾਸੀ ਕਰਦੇ ਹਨ। ਪ੍ਰਭਤਾ ਮਦ ਤੇ ਭਏ ਸੇ ਅੰਧੇ। ਆਪਣੀ ਪ੍ਰਭਤਾ ਦੇ ਹੰਕਾਰ ਕਰਕੇ ਅੰਨੇ ਹੋਏ ਪਏ ਹਨ। ਪਰੇ ਗਰਤ ਜਗ ਬੰਧਨ ਬੰਧੇ। ਇਸ ਤਰ੍ਹਾਂ ਇਸ ਸੰਸਾਰ ਦੇ ਟੋਏ ਦੇ ਵਿੱਚ ਡਿੱਗੇ ਹੋਏ ਨੇ। ਇਹਨਾਂ ਨੂੰ ਜਗਤ ਦੇ ਸਾਰੇ ਬੰਧਨ ਪਏ ਹੋਏ, ਉਹਨਾਂ ਬੰਧਨਾਂ ਨਾਲ ਬੰਨੇ ਹਨ। ਦੇਖੈ ਦੁਖੀ ਦਇਆ ਨਹਿ ਕਰਹੀ। ਇੰਨਾ ਜ਼ਿਆਦਾ ਅਭਿਮਾਨ ਹਿਰਦੇ ਵਿੱਚ, ਜੇਕਰ ਕੋਈ ਦੁਖੀ ਹੈ ਉਹਨੂੰ ਦੇਖ ਕੇ ਦਇਆ ਨਹੀਂ ਕਰਦੇ, ਤਰਸ ਨਹੀਂ ਕਰਦੇ। ਮਹਾਮੰਦ ਮਤ ਪਰਤੀ ਹਰਹੀ। ਔਰ ਐਸੀ ਮਾੜੀ ਮਤ ਵਾਲੇ ਨੇ ਜਿਹੜੀ ਪਰਾਈ ਇਸਤਰੀ ਨੂੰ ਖੋ ਕੇ ਉਹਦੀ ਬੇਪਤੀ ਕਰਦੇ ਹਨ। ਪੀਤ ਸ਼ਰਾਬ ਘੂਮਤੇ ਫਿਰਹੀ। ਤੇ ਸ਼ਰਾਬ ਪੀ ਕੇ ਸਾਰਾ ਦਿਨ ਨਗਰ ਦੇ ਵਿੱਚ ਘੁੰਮਦੇ ਫਿਰਦੇ ਹਨ। ਸ਼ਾਸਨ ਦੇਹ ਗਰੀਬਨ ਧਰਹੀ। ਤੇ ਗਰੀਬਾਂ ਨੂੰ ਫੜ ਕੇ ਉਹਨਾਂ ਨੂੰ ਤਾੜਨਾ ਕਰਦੇ ਨੇ, ਸਜ਼ਾਵਾਂ ਦਿੰਦੇ ਹਨ। ਜਹਾਂ ਅੰਗਨਾ ਸੁੰਦਰ ਹੈ ਰਹਿ। ਜਿਸ ਜਗ੍ਹਾ ਤੇ ਸੁੰਦਰ ਇਸਤਰੀਆਂ ਹੁੰਦੀਆਂ ਹਨ, ਬਾਰ ਬਾਰ ਬਾਜੀ ਬਰ ਫੇਰ ਹੈ। ਉੱਥੇ ਵਾਰ-ਵਾਰ ਲਿਆ ਕੇ ਆਪਣਾ ਘੋੜਾ ਫੇਰਦੇ ਨੇ, ਆਪਣਾ ਪ੍ਰਭਾਵ ਦੂਜਿਆਂ ਨੂੰ ਦਿਖਾਉਂਦੇ ਹਨ। ਬੈਠੇ ਰਹੇ ਵਹਿਰ ਜਗ ਸਾਈ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨਗਰ ਤੋਂ ਬਾਹਰ ਬਿਰਾਜੇ ਹਨ। ਸੇਵਾ ਕਰੀ ਨ ਕਿਨਹੂ ਆਈ। ਨਗਰ ਵਿੱਚ ਆ ਕੇ ਕਿਸੇ ਨੇ ਵੀ ਮਹਾਰਾਜ ਜੀ ਦੀ ਸੇਵਾ ਨਹੀਂ ਕੀਤੀ। ਕਿਸੇ ਨੇ ਇਹ ਸਮਝਣ ਦੀ ਲੋੜ ਨਹੀਂ ਸਮਝੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰ ਤੋਂ ਬਾਹਰ ਬੈਠੇ ਨੇ। ਕੋਈ ਸਾਧੂ ਆਏ, ਕੋਈ ਅਤਿਥੀ ਆਏ, ਸੰਤ ਜਨ ਆਏ ਨੇ, ਉਹਨਾਂ ਦੀ ਸੇਵਾ ਕਰਨੀ ਸਾਡਾ ਫਰਜ਼ ਹੈ। ਕਿਸੇ ਨੇ ਇਸ ਗੱਲ ਨੂੰ ਜਾਣਿਆ ਨਹੀਂ। ਉਤੇ ਫਕੀਰ ਸੰਗ ਤੇ ਥਾਏ। ਉਸ ਜਗ੍ਹਾ ਤੇ ਪਾਤਸ਼ਾਹ ਜੀ ਦੇ ਨਾਲ ਕੁਝ ਫਕੀਰ ਸੰਤ ਜਨ ਹਨ। ਭਏ ਛੁਦਾ ਤੁਰ ਮੁਖ ਕੁਮ ਲਾਏ। ਜਿਤਨੇ ਵੀ ਮਹਾਂਪੁਰਸ਼ ਸਨ ਉਹ ਭੁੱਖੇ ਸਨ ਤੇ ਭੁੱਖ ਕਰਕੇ ਉਹਨਾਂ ਦਾ ਚਿਹਰਾ ਕੁਮਲਾਇਆ ਹੋਇਆ ਸੀ। ਸਗਰੋ ਦਿਵਸ ਬੀਤਾ ਜਬ ਹੀ। ਜਦੋਂ ਇਸ ਤਰ੍ਹਾਂ ਉੱਥੇ ਬਿਰਾਜਿਆਂ ਸਾਰਾ ਦਿਨ ਬਤੀਤ ਹੋ ਗਿਆ ਹੈ। ਭਈ ਨਿਸਾ ਬੋਲੇ ਪ੍ਰਭ ਤਬ ਹੀ। ਰਾਤ ਦਾ ਸਮਾਂ ਹੋਣ ਲੱਗਾ।
ਪਾਤਸ਼ਾਹ ਜੀ ਨੇ ਆਗਿਆ ਦਿੱਤੀ ਹੈ। हे संतो दुए उठ कर जावो ਇਹ ਸੰਤ ਜਨੋ ਤੁਹਾਡੇ ਵਿੱਚੋਂ 2 ਸੰਤ ਜਨ ਉੱਠ ਕੇ ਨਗਰ ਵਿੱਚ ਜਾਵੋ। पुरते जाच असन को खावो ਨਗਰ ਦੇ ਵਿੱਚ ਜਾ ਕੇ ਉੱਥੋਂ ਮੰਗ ਕੇ ਲੰਗਰ ਛਕ ਲਵੋ। जे बैठे हो देवै को नाही ਪਾਤਸ਼ਾਹ ਕਹਿੰਦੇ ਜੇ ਇੱਥੇ ਬੈਠਿਆਂ ਕੋਈ ਸਾਨੂੰ ਲੰਗਰ ਨਹੀਂ ਦਿੰਦਾ, ਕੋਈ ਭੋਜਨ ਨਹੀਂ ਛਕਾਉਂਦਾ, घर मह जाए जाच किन खाही ਤੇ ਫਿਰ ਕਿਸੇ ਦੇ ਘਰ ਦੇ ਵਿੱਚ ਜਾ ਕੇ ਮੰਗ ਕੇ ਛਕ ਲਓ। ਸੰਤ ਜਨਾਂ ਦਾ ਗ੍ਰਹਿ ਵਿਖੇ ਕਿਸੇ ਦੇ ਘਰ ਵਿੱਚ ਆ ਕੇ ਮੰਗਣਾ ਵੀ ਉਹ ਭਾਗਾਂ ਪੂਰਵਕ ਹੈ। ਜਿਹਦੇ ਘਰ ਵਿੱਚ ਸਾਧੂ ਆ ਕੇ ਮੰਗੇ ਉਹ ਘਰ ਵੱਡੇ ਭਾਗਾਂ ਵਾਲਾ ਹੈ। ਦਾਸ ਨੇ ਅੰਮ੍ਰਿਤ ਵੇਲੇ ਵੀ ਬੇਨਤੀ ਕੀਤੀ ਸੀ, ਕਹਿੰਦੇ ਹਨ ਵੀ ਰੱਬ ਨੇ ਸਾਧੂ ਜਨਾਂ ਨੂੰ ਪੇਟ ਲਾ ਦਿੱਤਾ ਵੀ ਗਲਤੀ ਕਰ ਦਿੱਤੀ, ਵੀ ਸੰਤਾਂ ਨੂੰ ਪੇਟ ਦੀ ਕੀ ਲੋੜ ਸੀ, ਉਹ ਤਾਂ ਜੰਗਲ ਵਿੱਚ ਰਹਿੰਦੇ ਨੇ। ਤੇ ਚਲੋ ਜੇ ਪੇਟ ਲਾ ਹੀ ਦਿੱਤਾ ਸੀ ਤੇ ਫਿਰ ਉਹਨਾਂ ਦਾ ਭੋਜਨ ਪਰਮੇਸ਼ਰ ਨੂੰ ਚਾਹੀਦਾ ਸੀ ਵੀ ਫਲ ਫੁੱਲ ਪੱਤੇ ਬਣਾ ਦਿੰਦਾ, ਵੀ ਉਹ ਜੰਗਲ ਦੇ ਵਿੱਚ ਰਹਿ ਕੇ ਫਲ ਖਾ ਕੇ ਗੁਜ਼ਾਰਾ ਕਰ ਲੈਂਦੇ, ਫੁੱਲ ਪੱਤੇ ਖਾ ਕੇ ਗੁਜ਼ਾਰਾ ਕਰ ਲੈਂਦੇ, ਵੀ ਕੀ ਲੋੜ ਸੀ ਉਹਨਾਂ ਦਾ ਭੋਜਨ ਅਨ ਆਦਿਕ ਬਣਾਉਣ ਦੀ। ਹੁਣ ਸੰਤ ਜਨ ਮੁਥਾਜ ਹੋ ਗਏ ਨਾ, ਵੀ ਉਹ ਘਰ ਘਰ ਦੇ ਵਿੱਚ ਆ ਕਰਕੇ ਫਿਰ ਲੋਕਾਂ ਕੋਲੋਂ ਮੰਗ ਕੇ ਛਕਦੇ ਨੇ, ਫਿਰ ਸਾਰਾ ਦਿਨ ਬੰਦਗੀ ਕਰਦੇ ਨੇ, ਮੁਥਾਜ ਤੇ ਰਹਿਣਾ ਹੀ ਪੈਂਦਾ। ਫਿਰ ਪੰਡਤ ਗੁਲਾਬ ਸਿੰਘ ਜੀ ਲਿਖਦੇ ਨੇ, ਕਹਿੰਦੇ ਅਸਲ ਵਿੱਚ ਜੋ ਕੀਤਾ ਰੱਬ ਨੇ ਚੰਗਾ ਹੀ ਕੀਤਾ। ਪਹਿਲਾਂ ਮਿੱਠਾ ਜਿਹਾ ਮਿਹਣਾ ਵੀ ਮਾਰ ਦਿੱਤਾ, ਫਿਰ ਨਾਲ ਆਪੇ ਹੀ ਕਹਿ ਦਿੱਤਾ ਵੀ ਜੋ ਕਰਦਾ ਪਰਮੇਸ਼ਰ ਠੀਕ ਹੀ ਕਰਦਾ। ਚੰਗਾ ਕੀਤਾ ਵੀ ਰੱਬ ਨੇ ਸੰਤਾਂ ਨੂੰ ਢਿੱਡ ਲਾ ਦਿੱਤਾ, ਕਿਉਂਕਿ ਉਹ ਢਿੱਡ ਦੀ ਭੁੱਖ ਕਰਕੇ ਜਦੋਂ ਗ੍ਰਸਤੀਆਂ ਦੇ ਘਰ ਵਿੱਚ ਜਾਂਦੇ ਨੇ ਤੇ ਗ੍ਰਸਤੀਆਂ ਦਾ ਭਲਾ ਹੋ ਜਾਂਦਾ। ਜਦੋਂ ਗ੍ਰਸਤੀ ਉਹਨਾਂ ਦੇ ਦਰਸ਼ਨ ਕਰਦੇ ਨੇ, ਉਹਨਾਂ ਦੀ ਭੁੱਖ ਗ੍ਰਸਤੀਆਂ ਦਾ ਭਲਾ ਕਰ ਦਿੰਦੀ ਹੈ। ਵੇਖੋ ਕਿੰਨੀ ਗਹਿਰੀ ਗੱਲ ਕਹਿ ਗਏ, ਸੰਤ ਦੀ ਭੁੱਖ ਗ੍ਰਸਤੀ ਦਾ ਭਲਾ ਕਰ ਦਿੰਦੀ, ਉਹਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਹੈ, ਉਹਨੂੰ ਦਰਸ਼ਨ ਕਰਨ ਦਾ ਵੀ ਮੌਕਾ ਮਿਲ ਜਾਂਦਾ ਹੈ। ਇਸ ਵਾਸਤੇ ਕਹਿੰਦੇ ਵਾਹਿਗੁਰੂ ਨੇ ਜੋ ਕੀਤਾ ਉਹ ਠੀਕ ਹੀ ਕੀਤਾ, ਵੀ ਸੰਤਾਂ ਨੂੰ ਪੇਟ ਲਾ ਦਿੱਤਾ ਹੈ ਤੇ ਦਰਸ਼ਨ ਭੇਟਤ ਹੋਤ ਨਿਹਾਲਾ, ਉਹ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਜਾਂਦੇ ਹਨ। मर्दाने तू जाहे संगारे ਸਤਿਗੁਰਾਂ ਨੇ ਆਗਿਆ ਦਿੱਤੀ, ਭਾਈ ਮਰਦਾਨਾ ਜੀ ਤੁਸੀਂ ਨਾ ਸਾਧੂਆਂ ਦੇ ਨਾਲ ਜਾਵੋ, आवत लालो ले हो हकारे ਤੇ ਜਦੋਂ ਪ੍ਰਸ਼ਾਦਾ ਲੈ ਕੇ ਵਾਪਸ ਆਓਗੇ ਤੇ ਆਉਂਦੀ ਵਾਰ ਭਾਈ ਲਾਲੋ ਜੀ ਨੂੰ ਆਪਣੇ ਨਾਲ ਬੁਲਾ ਕੇ ਲੈ ਕੇ ਆਉਣਾ ਹੈ। श्री गुर की सुन कै अस आयस ਸਤਿਗੁਰਾਂ ਦੀ ਐਸੀ ਆਗਿਆ ਸੁਣ ਕਰਕੇ मर्दाना दुए संत सिधायस ਇੱਕ ਭਾਈ ਮਰਦਾਨਾ ਜੀ ਤੇ 2 ਸੰਤ ਜਨ ਚੱਲ ਪਏ। जहाँ पठान महान निकेता ਜਿਸ ਜਗ੍ਹਾ ਤੇ ਪਠਾਣਾਂ ਦੇ ਘਰ ਸਨ, गए तहाँ अन्न लेने हेता ਉਸ ਜਗ੍ਹਾ ਤੇ ਉਹ ਸੰਤ ਜਨ ਭੋਜਨ ਅੰਨ ਲੈਣ ਵਾਸਤੇ ਗਏ ਹਨ। जाचन करे जाए जिस पाही ਜਿਹਦੇ ਕੋਲ ਵੀ ਜਾ ਕਰਕੇ ਭੋਜਨ ਮੰਗਦੇ ਹਨ सुन है बोहर उत्तर दे नाही ਤੇ ਉਹ ਅੱਗੋਂ ਸੁਣ ਕੇ ਜਵਾਬ ਹੀ ਨਹੀਂ ਦਿੰਦਾ, ਕਿਉਂਕਿ ਅੰਦਰ ਨਸ਼ਾ ਹੀ ਇੰਨਾ ਜ਼ਿਆਦਾ ਹੰਕਾਰ ਦਾ ਵੀ ਉਹ ਇਸ ਗੱਲ ਨੂੰ ਸਮਝਦਾ ਹੀ ਨਹੀਂ ਵੀ ਮੈਨੂੰ ਜਵਾਬ ਹੀ ਦੇਣਾ, ਵੀ ਜਾਂ ਹਾਂ ਕਰਦੇ ਆ ਵੀ ਜਾਂ ਨਾ ਕਰਦੇ ਆ। ਨਾ ਹਾਂ ਕਰਦੇ ਨਾ ਕਰਦੇ ਨੇ, ਹੰਕਾਰ ਦੇ ਵਿੱਚ ਅੱਗੋਂ ਬੋਲਦੇ ਨਹੀਂ, ਜਵਾਬ ਨਹੀਂ ਦਿੰਦੇ। मद पानी बोले दुर बैना ਫਿਰ ਇੱਕ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ, ਸ਼ਰਾਬ ਦਾ ਸੇਵਨ ਕੀਤਾ ਸੀ, ਉਹ ਮਦ ਪਾਨੀ ਮਾੜੇ ਬਚਨ ਬੋਲਦੇ, ਨਰਾਦਰ ਵਾਲੇ ਬਚਨ ਬੋਲਦੇ ਹਨ। ਜਾਂਚਤ ਫਿਰੈ ਤਹਾਂ ਬਹੁ ਐਨਾ ਇਸ ਤਰ੍ਹਾਂ ਜਿਹੜੇ ਘਰ ਸਨ ਉਹਨਾਂ ਘਰਾਂ ਵਿੱਚ ਭਾਈ ਮਰਦਾਨਾ ਜੀ ਉਹ ਸੰਤ ਜਨ ਭੋਜਨ ਮੰਗ ਰਹੇ ਹਨ। ਪ੍ਰਵੇਸ਼ੇ ਇਕ ਨਿਕੇਤ ਕੇ ਮਾਹੀ ਇਸ ਤਰ੍ਹਾਂ ਚਲਦਿਆਂ ਇੱਕ ਘਰ ਦੇ ਵਿੱਚ ਪ੍ਰਵੇਸ਼ ਹੋਏ ਹਨ। ਜਾਚਿਓ ਅੰਨ ਜਾਏ ਤੇ ਪਾਹੀ ਜਦੋਂ ਉਸ ਘਰ ਦੇ ਮਾਲਕ ਦੇ ਕੋਲੋਂ ਜਾ ਕੇ ਅੰਨ ਮੰਗਿਆ ਹੈ, ਦਇਓ ਨਾ ਕੱਛ ਨਹਿ ਬੋਲੇ ਬਾਨੀ ਉਹਨੇ ਨਾ ਤਾਂ ਕੁਝ ਦਿੱਤਾ ਤੇ ਨਾ ਹੀ ਅੱਗੋਂ ਕੋਈ ਜਵਾਬ ਦਿੱਤਾ ਹੈ। ਤੇ ਛਿਲਿਆ ਵਾ ਇੱਕ ਮਦ ਪਾਨੀ ਉਸੇ ਛਨ ਇੱਕ ਸ਼ਰਾਬੀ ਉੱਥੇ ਚੱਲ ਕੇ ਆਇਆ ਹੈ। ਮਰਦਾਨੇ ਕੋ ਦੀਨ ਧਕੇਲਾ ਉਹਨੇ ਆ ਕੇ ਭਾਈ ਮਰਦਾਨਾ ਜੀ ਨੂੰ ਧੱਕਾ ਮਾਰਿਆ ਹੈ। ਉਹ ਬਲ ਸੋ ਧਰਨੀਪੁਰ ਮੇਲਾ ਬੜੇ ਬਲ ਦੇ ਨਾਲ ਜ਼ੋਰ ਨਾਲ ਧੱਕਾ ਮਾਰਿਆ ਤੇ ਭਾਈ ਮਰਦਾਨਾ ਜੀ ਨੂੰ ਧਰਤੀ ਤੇ ਗੇਰ ਦਿੱਤਾ ਹੈ। ਚੋਟ ਲੱਗੀ ਪਾਈ ਤਨ ਪੀਰਾ ਭਾਈ ਮਰਦਾਨਾ ਜੀ ਨੂੰ ਚੋਟ ਲੱਗ ਗਈ, ਜਿਸ ਕਰਕੇ ਉਹਨਾਂ ਭਾਰੀ ਪੀੜ ਦੀ ਦੁੱਖ ਦੀ ਪ੍ਰਾਪਤੀ ਕੀਤੀ ਹੈ। ਪੁਰ ਤਜ ਚੱਲੇ ਤੁਰਤ ਪ੍ਰਭ ਤੀਰਾ ਉਸੇ ਵਕਤ ਹੀ ਉਹਨਾਂ ਨਗਰੀ ਛੱਡ ਦਿੱਤੀ ਵੀ ਇੱਥੇ ਹੰਕਾਰੀ ਲੋਕ ਨੇ, ਇੱਥੋਂ ਨਹੀਂ ਕੁਝ ਮਿਲਣਾ ਧੱਕਿਆਂ ਤੋਂ ਇਲਾਵਾ।
ਇਸ ਤਰ੍ਹਾਂ ਭਾਈ ਮਰਦਾਨਾ ਜੀ ਉਹ ਸੰਤ ਜਨ ਮਹਾਰਾਜ ਜੀ ਦੇ ਚਰਨਾਂ ਨੂੰ ਚੱਲ ਪਏ। ਲਾਲੋ ਕੋ ਬੁਲਾਏ ਨਿਜ ਸਾਥਾ, ਤੇ ਜਾਂਦੀ ਵਾਰੀ ਭਾਈ ਲਾਲੋ ਜੀ ਨੂੰ ਆਪਣੇ ਨਾਲ ਲੈ ਲਿਆ ਹੈ। ਆਏ ਜਹ ਬੈਠੇ ਜਗਨਾਥਾ, ਜਿੱਥੇ ਜਗਤ ਦੇ ਨਾਥ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਰਾਜੇ ਸਨ, ਉਥੇ ਆਣ ਕਰਕੇ ਬਹਿ ਗਏ ਹਨ। ਪੁਰਜੇ ਦਾਨੇ ਕਛੁਕ ਤਿਆਰੀ, ਤੇ ਭਾਈ ਲਾਲੋ ਜੀ ਨੇ ਕੁਝ ਕੁ ਭੁੱਜੇ ਦਾਣੇ ਤਿਆਰ ਕੀਤੇ ਸਨ। ਲੈ ਸੋ ਲਾਲੋ ਧਰੇ ਅਗਾਰੀ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਉਹੀ ਭੁੱਜੇ ਦਾਣੇ ਭਾਈ ਲਾਲੋ ਜੀ ਨੇ ਅਰਪਣ ਕੀਤੇ ਹਨ। ਪਾਇਨ ਪਾਸਿਓ ਪਾਇਨ ਕਰਕੇ, ਚਰਨਾਂ ਕਬਲਾਂ ਦੇ ਪਾਸ ਪਿਟਾਵਾਂ ਰੱਖ ਕੇ, ਕਹਿਓ ਜੋਰ ਕਰ ਸਿਰ ਧਰ ਧਰ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਬਲਾਂ ਤੇ ਸੀਸ ਰੱਖ ਕਰਕੇ ਹੱਥ ਜੋੜ ਕੇ ਅਰਦਾਸ ਕੀਤੀ ਹੈ। ਕਹਿਣ ਲੱਗਾ ਬੀਤਿਓ ਚਿਰ ਕਾਲਾ, ਭਾਈ ਲਾਲੋ ਜੀ ਕਹਿੰਦੇ ਪਾਤਸ਼ਾਹ ਬੜਾ ਲੰਮਾ ਸਮਾਂ ਬਤੀਤ ਹੋ ਗਿਆ ਤੁਹਾਡੇ ਦਰਸ਼ਨ ਕੀਤੇ ਨੂੰ। ਰਾਵਰ ਦਰਸ਼ਨ ਦੀਨ ਦਿਆਲਾ, ਇਹ ਦਇਆਨਿਧ ਸੁਆਮੀ ਜੀ ਆਪ ਜੀ ਨੇ ਕਿਰਪਾ ਕਰਕੇ ਅੱਜ ਮੈਨੂੰ ਦੀਦਾਰ ਬਖਸ਼ਿਸ਼ ਕੀਤੇ ਹਨ। ਕੁਸ਼ਲ ਪ੍ਰਸ਼ਨ ਕਰਕੇ ਸੰਗਤਾਂ ਹੀ, ਇਸ ਤਰ੍ਹਾਂ ਭਾਈ ਲਾਲੋ ਜੀ ਨਾਲ ਕੁਸ਼ਲ ਪ੍ਰਸ਼ਨ ਕਰਕੇ ਸੁਖ ਸ਼ਾਂਤ ਪੁੱਛ ਕੇ ਬੈਠਾਰਿਓ ਪ੍ਰਭ ਆਪਨ ਪਾਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਨੂੰ ਆਪਣੇ ਪਾਸ ਬਿਠਾਇਆ ਹੈ। ਤੇ ਫਿਰ ਉਹਨਾਂ ਸੰਤ ਜਨਾਂ ਨੂੰ ਪਾਤਸ਼ਾਹ ਨੇ ਵਿਥਿਆ ਪੁੱਛੀ ਵੀ ਕੀ ਕੁਝ ਹੋਇਆ ਹੈ। ਭਾਈ ਲੰਗਰ ਨਹੀਂ ਲੈ ਕੇ ਆਏ। ਤੇ ਉਸ ਵਕਤ ਸੰਤ ਜਨਾਂ ਨੇ ਉਹ ਸਾਰੀ ਵਿਥਿਆ ਮਹਾਰਾਜ ਜੀ ਨੂੰ ਸੁਣਾਈ। ਤੇ ਗੁਰਦੇਵ ਜੀ ਨੇ ਫਿਰ ਬਚਨ ਉਚਾਰਨ ਕੀਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲ ਹੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਪਾਤਸ਼ਾਹ ਜੀ ਕਹਿੰਦੇ ਵੀ ਇਹਨਾਂ ਦੇ ਪਾਪ ਉਹਨਾਂ ਨੇ ਕਾਬਲ ਵਿੱਚ ਬਾਬਰ ਦੇ ਰੂਪ ਵਿੱਚ ਸਰੀਰ ਧਾਰਨ ਕਰ ਲਿਆ। ਹੁਣ ਉਹ ਜੰਜ ਲੈ ਕੇ ਆਵੇਗਾ ਇਹਨਾਂ ਦੀ। ਹੁਣ ਉਹ ਬਰਾਤ ਲੈ ਕੇ ਆਏਗਾ, ਬਾਬਰ ਲਾੜਾ ਹੋਵੇਗਾ ਤੇ ਫੌਜ ਦੀ ਬਰਾਤ ਲੈ ਕੇ ਫਿਰ ਇੱਥੇ ਆਏਗਾ ਤੇ ਜ਼ੋਰ ਨਾਲ ਇਹਨਾਂ ਕੋਲੋਂ ਫਿਰ ਆ ਕੇ ਕੰਨਿਆ ਰੂਪੀ ਦਾਨ ਮੰਗੇਗਾ। ਤੋ ਇਸ ਪ੍ਰਕਾਰ ਮਹਾਰਾਜ ਜੀ ਇਹ ਸ਼ਬਦ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਗੇ। ਇਹ ਕਥਾ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ